ਡੀਡੀ ਪੰਜਾਬੀ ਤੇ ਪ੍ਰੋਗਰਾਮ ਕਾਨੂੰਨੀ ਨੁਕਤੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੀਤਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਜੀ। ਤੇ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਕਿਰਤ ਕਾਨੂੰਨ। ਤੇ ਇਸ ਵਿਸ਼ੇ ਉੱਤੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਮਹਿਮਾਨ ਅੱਜ ਸਾਡੇ ਨਾਲ ਇੱਥੇ ਮੌਜੂਦ ਨੇ, ਜਿਨ੍ਹਾਂ ਦਾ ਨਾਮ ਹੈ JK ਗੁਲਾਟੀ ਜੀ। ਗੁਲਾਟੀ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ। ਤੇ ਗੁਲਾਟੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਜੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਇਹ ਜਿਹੜਾ ਕਿਰਤ ਕਾਨੂੰਨ ਹੈ ਇਹ ਹੋਂਦ ਵਿੱਚ ਕਿਵੇਂ ਆਇਆ, ਇਹਦਾ ਇਤਿਹਾਸ ਕੀ ਸੀ ਤੇ ਇਹਦਾ ਵਿਸਥਾਰ ਕਿਵੇਂ ਹੋਇਆ? ਨੀਤਾ ਜੀ, ਜਿੱਥੇ ਤੱਕ ਕਿਰਤ ਕਾਨੂੰਨਾਂ ਦਾ ਸੰਬੰਧ ਹੈ ਜੀ, ਇਹਦਾ ਇਤਿਹਾਸ ਥੋੜਾ ਜਿਹਾ ਅਗਰ ਅਸੀਂ ਇਹਦੇ ਨਾਲ ਲਿੰਕ ਕਰੀਏ ਜੀ, ਕਿ ਜਦੋਂ ਵਰਲਡ ਦੇ ਵਿੱਚ ਉਦਯੋਗੀਕਰਨ ਆਇਆ ਤੇ ਉਦਯੋਗੀਕਰਨ ਦੇ ਵਿੱਚ ਕਿਉਂਕਿ ਇੱਕ ਜਿੱਥੇ ਮਸ਼ੀਨਰੀ ਦੀ ਲੋੜ ਹੁੰਦੀ ਹੈ, ਪੈਸੇ ਦੀ ਲੋੜ ਹੁੰਦੀ ਹੈ, ਜੀ ਜੀ, ਰॉ ਮਟੀਰੀਅਲ ਦੀ ਲੋੜ ਹੁੰਦੀ ਹੈ ਜੀ, ਉੱਥੇ ਮੈਨ ਪਾਵਰ ਦੀ ਵੀ ਲੋੜ ਹੁੰਦੀ ਹੈ। ਬਿਲਕੁਲ। ਤੇ ਜਦੋਂ ਮੈਨ ਪਾਵਰ ਦੀ ਗੱਲ ਆਏਗੀ, ਯਾਨੀ ਕਿ ਜਦੋਂ ਇੰਪਲੋਇਮੈਂਟ ਦੀ ਗੱਲ ਆਏਗੀ ਤੇ ਉੱਥੇ ਕੋਈ ਨਾ ਕੋਈ ਬੰਦਾ ਜਿਹੜਾ ਇੱਕ ਪਾਰਟਿਕੂਲਰ ਸਕਿੱਲਸ ਦੇ ਨਾਲ ਲਿਸਟ ਹੋਏਗਾ, ਜੀ ਜੀ, ਉਹਨੂੰ ਇੰਪਲਾਇਰ ਆਪਣੇ ਵਾਸਤੇ ਰੋਜ਼ਗਾਰ 'ਚ ਰੱਖੇਗਾ। ਬਿਲਕੁਲ। ਹੁਣ ਉਦੋਂ ਜਦੋਂ ਇੱਕ ਇੰਪਲਾਈ ਔਰ ਇੰਪਲਾਇਰ ਦੀ ਰਿਲੇਸ਼ਨਸ਼ਿਪ ਦੇ ਇਸ਼ੂ ਆਏ ਤਾਂ ਉਦੋਂ ਹੀ ਲੇਬਰ ਲਾਜ਼ ਦੀ ਜਿਹੜੀ ਐਗਜ਼ਿਸਟੈਂਸ ਹੈ ਜੀ ਉਹ ਹੋਂਦ ਵਿੱਚ ਆਉਣੀ ਸ਼ੁਰੂ ਹੋ ਗਈ। ਜੀ ਜੀ। ਤੇ ਇੰਡਸਟਰੀਲਾਈਜੇਸ਼ਨ ਨੂੰ ਮੈਂ ਸਮਝਦਾ ਕਿ ਜਿਹਦੇ ਨਾਲ ਇੰਪਲਾਈ ਔਰ ਇੰਪਲਾਇਰ ਦੇ ਸੰਬੰਧ ਹੋਂਦ ਵਿੱਚ ਆਏ ਤੇ ਉਦੋਂ ਲੇਬਰ ਲਾਜ਼ ਵੀ ਐਗਜ਼ਿਸਟੈਂਸ ਆਉਣੇ ਸ਼ੁਰੂ ਹੋ ਗਏ। ਜੀ 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 ਜੀ। ਅਸੀਂ ਅਗਰ ਥੋੜੀ ਜਿਹੀ ਝਾਤ ਮਾਰੀਏ ਤੇ ਮੈਂ ਸਨ 1947 ਦੇ ਵਿੱਚ ਥੋੜਾ ਜਿਹਾ ਇੱਕ ਗੱਲ ਕਰਨਾ ਚਾਹਾਂਗਾ, ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ। ਜੀ। ਇਸ ਤੋਂ ਪਹਿਲੇ ਲੇਬਰ ਲਾਜ਼ ਜਿਹੜੇ ਹੋਂਦ ਵਿੱਚ ਆਏ ਜੀ ਉਹਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਹਾਂ ਕਿ ਸਭ ਨਾਲ ਪਹਿਲਾ ਜਿਹੜਾ ਟਰਨਿੰਗ ਪੁਆਇੰਟ ਹੈ ਉਹ ਵਰਲਡ ਵਾਰ 1 ਦਾ ਮੰਨਿਆ ਜਾਂਦਾ। ਜੀ ਜੀ। ਇਹ ਪਹਿਲਾ ਵਰਲਡ ਵਾਰ ਜੀ ਉਦੋਂ ਜਨਮ ਹੋਇਆ ਲਗਭਗ ਇੰਟਰਨੈਸ਼ਨਲ ਪੱਧਰ ਦੇ ਉੱਪਰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦਾ। ਜੀ ਜੀ। ਤੇ ਉਸ ਆਰਗੇਨਾਈਜੇਸ਼ਨ ਦਾ ਜਦੋਂ ਪੱਧਰ ਤੇ ਜਨਮ ਹੋਇਆ ਤੇ ਉਹਦੇ 'ਚ ਕਈ ਮੁਲਕਾਂ ਨੇ ਆਪਣੀ ਮੈਂਬਰਸ਼ਿਪ ਲਿੱਤੀ। ਬੇਸ਼ੱਕ ਦੇਸ਼ ਉਸ ਵਕਤ ਗੁਲਾਮ ਸੀ, ਲੇਕਿਨ ਉਸ ਸਮੇਂ ਦੀ ਮੌਜੂਦਾ ਸਰਕਾਰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ILO ਦੇ ਵਿੱਚ। ਜੀ ਜੀ। ਤੇ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਇੱਕ ਅਜਿਹੀ ਹੈਗੀ ਹੈ ਸੰਸਥਾ ਹੈ ਜਿਹੜੀ ਇੱਕ ਲੇਬਰ ਸਟੈਂਡਰਡਸ ਜਿਹੜੀ ਹੈ ਆਪਣੇ ਮੈਂਬਰ ਨੇਸ਼ਨਸ ਵਾਸਤੇ ਸੈੱਟ ਕਰਨ ਨੂੰ ਕਨਵੈਨਸ਼ਨ ਪਾਸ ਕਰਦੀ ਹੈ ਤੇ ਮੈਂਬਰ ਨੇਸ਼ਨਸ ਉਸ ਨੂੰ ਫੋਲੋ ਕਰਦੀਆਂ ਹਨ। ਜੀ। ਤੇ ਉਦੋਂ ਇੱਕ ਇਹ ਪਹਿਲਾ ਜਿਹੜਾ ਸਟੈਪ ਹੈ ਲੇਬਰ ਲਾਅ ਦੇ ਵਿੱਚ ਐਵੋਲੂਸ਼ਨ 'ਚ ਮੰਨਿਆ ਜਾਂਦਾ ਹੈ। ਜੀ। ਇਸੇ ਤਰ੍ਹਾਂ ਸਨ 1924 ਦੇ ਵਿੱਚ ਪਹਿਲਾ ਲੇਬਰ ਕਾਨੂੰਨ ਜਿਹੜਾ ਆਇਆ ਉਹ ਆਇਆ ਵਰਕਮੈਨ ਕੰਪਨਸੇਸ਼ਨ ਐਕਟ। ਜੀ ਜੀ। ਉਹ ਇੱਕ ਜੱਜਮੈਂਟ ਤੋਂ ਆਇਆ। ਅੱਛਾ ਜੀ। ਬਿੰਨੀ ਮਿਲਸ ਕੇਸ ਦੀ ਇੱਕ ਜੱਜਮੈਂਟ ਸੀ ਜਿਹਦੇ ਵਿੱਚ ਕਿਰਤੀਆਂ ਨੇ ਇੱਕ ਆਪਣੀ ਜਥੇਬੰਦੀ ਬਣਾਉਣ ਦੀ ਗੱਲ ਸੋਚੀ। ਅੱਛਾ ਜੀ। ਤੇ ਉਦੋਂ ਉਸ ਟਾਈਮ ਦੀ ਮਦਰਾਸ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਦੇਸ਼ ਦਾ ਜਿਹੜਾ ਬ੍ਰਿਟਿਸ਼ ਸਰਕਾਰ ਦਾ ਪਾਸ ਕਾਨੂੰਨ ਸੀ ਉਹ ਪਰਮਿਟ ਨਹੀਂ ਸੀ ਕਰਦਾ ਕਿ ਬ੍ਰੀਚ ਆਫ ਇੰਪਲੋਇਮੈਂਟ ਹੋਵੇ। ਤੇ ਕਿਉਂਕਿ ਤੁਸੀਂ ਜਥੇਬੰਦੀ ਬਣਾਈ ਹੈ ਇਸ ਕਰਕੇ ਤੁਸੀਂ ਇੱਕ ਬ੍ਰੀਚ ਆਫ ਇੰਪਲੋਇਮੈਂਟ ਐਗਰੀਮੈਂਟ ਕੀਤਾ ਹੈ ਤੇ ਤੁਹਾਨੂੰ ਜਥੇਬੰਦੀ ਬਣਾਉਣਾ ਮਨਾਹੀ ਹੈ। ਅੱਛਾ ਜੀ। ਤੇ ਉਦੋਂ ਇੱਕ ਕਿਰਤੀਆਂ ਨੇ ਸੜਕ ਤੇ ਆ ਕੇ ਜਦੋਂ ਮੁਜ਼ਾਹਰੇ ਕੀਤੇ ਤੇ ਉਦੋਂ ਇਹ ਜਾ ਕੇ ਕਾਨੂੰਨ ਜਿਹੜਾ ਹੈ ਐਗਜ਼ਿਸਟੈਂਸ 'ਚ 1924 ਦੇ ਵਿੱਚ ਆਇਆ। ਅੱਛਾ ਜੀ। ਉਸ ਤੋਂ ਬਾਅਦ ਫਿਰ ਇੱਕ ਟ੍ਰੇਡ ਯੂਨੀਅਨ ਦਾ ਐਕਟ ਪਾਸ ਹੋਇਆ 1926 ਦੇ ਵਿੱਚ 1926 ਦੇ ਵਿੱਚ। ਅੱਛਾ ਜੀ। ਲੇਕਿਨ ਜਦੋਂ ਇਹ ਜਥੇਬੰਦੀਆਂ ਕਾਨੂੰਨ ਰਜਿਸਟਰ ਕਰਾਉਣ ਦਾ ਪਾਸ ਹੋਇਆ ਤੇ ਉਹਦੇ ਵਿੱਚ ਸਭ ਨਾਲ ਵੱਡੀ ਹਿੱਚ ਕੀ ਆਈ ਕਿ ਲੋਕਾਂ ਨੂੰ ਲੱਗਿਆ ਕਿ ਸਾਨੂੰ ਲਾਇਸੈਂਸ ਮਿਲ ਗਿਆ, ਜਦੋਂ ਮਰਜ਼ੀ ਚਾਹੀਏ ਅਸੀਂ ਚੱਕਾ ਜਾਮ ਕਰ ਦਈਏ, ਕੰਮ ਰੋਕ ਦਈਏ। ਤੇ ਇਹ ਜਿਹੜਾ ਥੋੜਾ ਜਿਹਾ ਉਸ ਸਮੇਂ ਇੱਕ ਮਾਹੌਲ ਇਦਾਂ ਦਾ ਪੈਦਾ ਹੋ ਗਿਆ ਦੇਸ਼ ਦੇ ਵਿੱਚ ਜਿਹੜਾ ਇੱਕ ਬਹੁਤ ਅੱਛਾ ਸੁਹਾਵਾ ਨਹੀਂ ਸੀ ਹੈਗਾ। ਜੀ ਜੀ ਬਿਲਕੁਲ। ਤੇ ਉਸ ਤੋਂ ਬਾਅਦ ਇੱਕ ਇੰਡਸਟਰੀਅਲ ਡਿਸਪਿਊਟ ਐਕਟ ਆਇਆ, ਟ੍ਰੇਡ ਡਿਸਪਿਊਟ ਐਕਟ ਦੇ ਨਾਂ ਤੇ 1929 ਦੇ ਵਿੱਚ, 1929 ਦੇ ਵਿੱਚ। ਫਿਰ ਸਟੋਰੀ ਹੈ ਜੀ ਜੀ। ਤੇ 1936 ਦੇ ਵਿੱਚ ਫਿਰ ਤੁਹਾਡੇ ਪੇਮੈਂਟ ਆਫ ਵੇਜਿਸ ਐਕਟ ਆਏ, ਹੈ ਨਾ, ਕਿਉਂਕਿ ਉਸ ਟਾਈਮ ਇੰਪਲਾਈ ਦਾ ਇਹ ਹਾਲ ਸੀ ਕਿਰਤੀ ਦਾ ਕਿ ਇੰਪਲਾਇਰ ਉਹਦੇ ਆਉਣ ਜਾਣ ਦਾ ਸਮੇਂ ਛੱਡੋ, ਉਹਨੂੰ ਦਿੱਤੀ ਹੋਈ ਤਨਖਾਹ ਵੀ ਸੀ ਦੇ ਕੇ ਰਾਜੀ। ਅੱਛਾ। ਇਹ ਨਹੀਂ ਸੀ ਹੁੰਦਾ ਕਿ ਜੇ ਬੰਦਾ ਅੱਜ ਕੰਮ ਤੇ ਆਇਆ ਹੈ ਤੇ ਜੇ ਉਹ ਕਵੇ ਜੀ ਮੈਂ ਅੱਜ ਮੇਰਾ ਟਾਈਮ ਹੁਣ ਖਤਮ ਹੋ ਗਿਆ ਤੇ ਮੈਂ ਹੁਣ ਵਾਪਸ ਜਾਣਾ ਹੈ, ਤੇ ਉਹਦੀ ਹਿੰਮਤ ਨਹੀਂ ਸੀ ਪੈਂਦੀ ਕਿਉਂਕਿ ਉਹਨੂੰ ਹੁੰਦਾ ਸੀ ਕਿ ਜੇ ਮੈਂ ਅਜਿਹੀ ਗੱਲ ਕਰਾਂਗਾ ਤੇ ਮੇਰਾ ਮਾਲਕ ਕਹੇਗਾ ਵੀ ਕੱਲ ਤੋਂ ਭਾਈ ਤੂੰ ਕੰਮ ਤੇ ਨਹੀਂ ਆਉਣਾ। ਅੱਛਾ ਅੱਛਾ। ਜੀ ਜੀ। ਤਾਂ ਇਟ ਵਾਸ ਸੋ ਮਚ ਐਕਸਪਲੋਇਟੇਟਿਵ, ਇੰਨੀ ਮਤਲਬ ਕਿ ਉਹਦੇ ਵਿੱਚ ਐਕਸਪਲੋਇਟੇਸ਼ਨ ਸੀ ਉਹਨਾਂ ਸਮਝਾਉਂਦੇ ਦੇ ਵਿੱਚ, ਵਰਕਿੰਗ ਆਵਰਸ ਨੂੰ ਲੈ ਕੇ, ਤਨਖਾਹਾਂ ਨੂੰ ਲੈ ਕੇ, ਤਨਖਾਹਾਂ ਦੀ ਟਾਈਮਿੰਗ ਨੂੰ ਲੈ ਕੇ। ਤੇ ਇਹ ਕਾਨੂੰਨ ਜਿਹੜੇ ਨੇ ਉਸ ਟਾਈਮ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਆਉਣੇ ਸ਼ੁਰੂ ਹੋ ਗਏ ਸੀ। ਜੀ ਜੀ। ਤੇ ਇਹ ਸੀ ਇੱਕ ਇਹਨਾਂ ਦਾ ਇਤਿਹਾਸ ਜੇ ਆਪਾਂ 1947 ਤੋਂ ਪਹਿਲੇ ਦੀ ਗੱਲ ਕਰੀਏ। ਜੀ, ਇਹ ਤਾਂ ਹੁਣ ਤੇ ਇਤਿਹਾਸ ਦੀ ਤੁਸੀਂ ਗੱਲ ਕਰ ਲਈ ਹੈ ਨਾ ਕਿ ਇਹਦਾ ਵਿਸਥਾਰ ਕਿਵੇਂ ਹੋਇਆ, ਅਲੱਗ-ਅਲੱਗ ਸਾਲਾਂ ਵਿੱਚ ਕਿਵੇਂ ਵਿਸਥਾਰ ਹੋਇਆ ਇਹਦਾ, ਤੇ ਇਹ ਮੈਨੇਜਮੈਂਟ ਨਾਲ ਕਿਵੇਂ ਸੰਬੰਧਿਤ ਹੈ? ਉਹ ਇਸ ਤਰ੍ਹਾਂ ਸੰਬੰਧ ਹੋਇਆ ਨਾ ਜੀ ਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਕਿ ਇੱਕ ਜਦੋਂ ਉਦਯੋਗੀਕਰਨ ਦੇ ਵਿੱਚ ਮਸ਼ੀਨਰੀ ਜਾਂ ਮਨੀ ਇਹਦਾ ਰੋਲ ਤੇ ਹੈ ਹੀ ਹੈ, ਲੇਕਿਨ ਇਹ ਸਾਰੇ ਫੈਕਟਰਸ ਜਿਹੜੇ ਨੇ ਨਾਨ ਲਿਵਿੰਗ ਨੇ।
ਅੱਛਾ ਜੀ। ਇਹ ਕਦੀ ਇਦਾਂ ਅਜਿਹੀ ਨਹੀਂ ਕਹਿਣਗੇ ਜੀ ਅਸੀਂ ਕੰਮ ਨਹੀਂ ਕਰਨਾ। ਅੱਛਾ। ਕਦੀ ਪੈਸਾ ਨਹੀਂ ਕਹੂਗਾ ਮੈਂ ਇਸ ਬੈਂਕ ਤੋਂ ਉੱਠ ਕੇ ਇਸ ਬੈਂਕ 'ਚ ਨਹੀਂ ਆਉਣਾ। ਕਦੀ ਮਸ਼ੀਨ ਨਹੀਂ ਕਹੇਗੀ ਮੈਂ ਚਾਈਨਾ ਤੋਂ ਉੱਠ ਕੇ ਇੰਡੀਆ 'ਚ ਨਹੀਂ ਆਉਣਾ, ਹੈ ਨਾ। ਇੱਕੋ ਹੀ ਬੰਦਾ ਅਜਿਹਾ ਜਿਹੜਾ ਹਿਊਮਨ ਪਾਵਰ ਹੈ, ਜਿਹਨੂੰ ਆਪਾਂ ਮੈਨ ਪਾਵਰ ਕਹਿੰਦੇ ਆ, ਉਹਦਾ ਦਿਲ ਧੜਕਦਾ ਹੈ, ਉਹਦਾ ਦਿਮਾਗ ਸੋਚਦਾ ਹੈ, ਤੇ ਉਹ ਹਮੇਸ਼ਾ ਹੀ ਕਿਸੇ ਗੱਲ ਦੇ ਉੱਪਰ ਕੋਈ ਨਾ ਕੋਈ ਨਾ ਨੁੱਕਰ ਵੀ ਕਰਦਾ ਤੇ ਉਹਦੇ ਮੂਡ ਦੇ ਹਿਸਾਬ ਨਾਲ ਕੰਮ ਵੀ ਕਰਦਾ ਹੈ। ਸੋ ਇਹ ਜਿਹੜੇ ਸਬੰਧ ਨੇ, ਇਹ ਮੈਨੇਜਮੈਂਟ ਜਿਹੜੀ ਹੈ ਇੰਪਲਾਇਰ ਨੂੰ ਰਿਪਰੈਜ਼ੈਂਟ ਕਰਦੀ ਹੈ, ਯੂਨੀਅਨਸ ਜਿਹੜੀਆਂ ਨੇ ਇੰਪਲਾਈ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਆ ਜਦੋਂ ਸਬੰਧ ਬਣੇ ਤੇ ਇਹ ਕਾਨੂੰਨ ਦੀ ਧਰੋਹਰ ਬਣੀ। ਤੇ ਹੁਣ ਮੈਂ ਸੰਨ 1947 ਦੀ ਗੱਲ ਤੁਹਾਡੇ ਨਾਲ ਕਰਾਂ, ਜਦੋਂ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਜਿਹੜੀ ਹੈ ਸਾਨੂੰ ਇੱਕ ਡਿਵਾਈਡਡ ਟਾਈਪ 'ਚ ਮਿਲੀ। ਕੁਝ ਸਾਡੀਆਂ ਜਿਹੜੀਆਂ ਚੀਜ਼ਾਂ ਜਿਹਨੂੰ ਕਹਿ ਲਓ ਕਿ ਇਰੀਗੇਸ਼ਨ ਨਾਲ ਸੰਬੰਧਿਤ ਸੀ, ਬਹਿੰਦੇ ਦਰਿਆ ਸਾਡੇ ਉਹ ਪਾਕਿਸਤਾਨ ਸਾਈਡ ਤੇ ਚਲੇ ਗਏ। ਸਾਡੇ ਕੋਲ ਇੱਕ ਸੁੱਕਾਪਨ ਆਇਆ, ਔਰ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਬਣਿਆ ਉਹਦੇ ਵਿੱਚ ਇਦਾਂ ਦੀ ਗਰੀਬੀ ਜਾਂ ਇੱਕ ਸਿਹਤ ਦੇ ਪੱਖ ਤੋਂ ਵੀ ਕਾਫੀ ਕਮਜ਼ੋਰੀਆਂ ਤੇ ਅਨਪੜ੍ਹਤਾ ਤੇ ਇਦਾਂ ਦੇ ਕੁਝ ਸਾਡੇ ਕੋਲ ਸਿਸਟਮ ਆਏ। ਉਸ ਟਾਈਮ ਵੀ ਸਾਡੀ ਐਗਰੀਕਲਚਰ ਜਿਹੜੀ ਸੀ ਇੱਕ ਕਹਿ ਲਓ ਕਿ ਇੱਕ ਸੋਰਸ ਆਫ ਇੰਪਲਾਇਮੈਂਟ ਜਨਰੇਟ ਹੋਈ, ਜਿਹਦੇ ਵਿੱਚ ਸੰਬੰਧ ਬਣਨੇ ਸ਼ੁਰੂ ਹੋਏ। ਤੇ ਉਸ ਐਗਰੀਕਲਚਰ ਨੂੰ ਸਾਡੇ ਪੰਜਾਬੀਆਂ ਨੇ ਇੱਕ ਬਹੁਤ ਵੱਡਾ ਇੱਕ ਉਤਸ਼ਾਹ ਦੇ ਨਾਲ ਕੰਮ ਕਰਕੇ ਗ੍ਰੀਨ ਰੈਵੋਲੂਸ਼ਨ ਆਇਆ, ਔਰ ਉਸ ਤੋਂ ਬਾਅਦ ਅਸੀਂ ਇਸ ਨਾਲ ਤੇ ਉਸ ਟਾਈਮ ਦੀ ਸਰਕਾਰ ਨੇ ਕਿਹਾ ਕਿ ਹੁਣ ਦੇਸ਼ ਆਜ਼ਾਦ ਹੈ। ਮੈਨੂੰ ਹਲੇ ਵੀ ਯਾਦ ਹੈ ਕਿ ਉਸ ਟਾਈਮ ਦੇ ਜਦੋਂ ਮੈਂ ਇਤਿਹਾਸ ਪੜ੍ਹਦਾ ਤੇ ਉਹਦੇ ਵਿੱਚ ਲੀਡਰਸ਼ਿਪ ਨੇ ਸੋਚਿਆ ਵੀ ਜੇ ਇਹੋ ਜੀ ਆਜ਼ਾਦੀ ਲੋਕਾਂ ਨੇ 2-4-5 ਮਹੀਨੇ ਤੇ ਬੜੀ ਇੰਜੋਏ ਕਰਨੀ ਹੈ, ਵੀ ਬਹੁਤ ਵਧੀਆ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਤੇ ਜਿਵੇਂ ਇੱਕ ਪੰਜਾਬੀ ਚ ਮੁਹਾਵਰੇ ਨਾ, ਢਿੱਡੇ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੁੱਟੀਆਂ, ਤੇ ਉਹ ਮੁਹਾਵਰੇ ਨੂੰ ਲੈ ਕੇ ਲੀਡਰਸ਼ਿਪ ਬੜੀ ਸੁਚੇਤ ਸੀ। ਤੇ ਉਹਨਾਂ ਨੇ ਕਿਹਾ ਸੀ ਇਹਨਾਂ ਨੇ ਸਾਡੀ ਬਾਂਹ ਛੱਡੋ, ਇਹਨਾਂ ਨੇ ਸਾਨੂੰ ਕੁੱਟ ਮਾਰਨਾ ਤੇ ਕੁਝ ਅਜਿਹਾ ਕੰਮ ਕਰੋ ਕਿ ਜਿਹੜੇ ਅਸੀਂ ਇੱਕ ਸੁਤੰਤਰ ਭਾਰਤ ਦੇ ਸੁਤੰਤਰ ਲੋਕਾਂ ਨੂੰ ਇੱਕ ਸੁਤੰਤਰਤਾ ਫੀਲ ਕਰਾ ਸਕੀਏ। ਤੇ ਉਹਨਾਂ ਨੇ ਬੈਸਟ ਪ੍ਰੈਕਟਿਸਿਸ ਅਡਾਪਟ ਕੀਤੀਆਂ। ਤੇ ਉਹਨਾਂ ਨੇ ਮੁਲਕਾਂ ਦੇ ਜਿੰਨੇ ਵੀ ਵਰਲਡ ਦੇ ਮੁਲਕ ਸੀ ਜਿਹੜੇ ਇੱਕ ਡੈਮੋਕ੍ਰੈਟਿਕ ਸਨ, ਪ੍ਰਜਾਤੰਤਰਿਕ ਸਨ, ਜਿਹੜੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਸੀ, ਜਿਹਨੂੰ ਆਪਾਂ ਸੁਤੰਤਰਤਾ ਕਹਿੰਦੇ ਆ, ਜਸਟਿਸ ਕਹਿੰਦੇ ਆ, ਇਕੁਆਲਿਟੀ ਕਹਿੰਦੇ ਆ, ਅਸਮਾਨਤਾਵਾਂ ਜਿਹੜੀਆਂ ਨੇ ਇਦਾਂ ਨਹੀਂ ਆਈਆਂ। ਇਹ ਕਨਸਟੀਟਿਊਸ਼ਨ ਇੱਕ ਅਡਾਪਟ ਕੀਤਾ ਗਿਆ 1947 ਦੇ ਵਿੱਚ 50 ਦੇ ਵਿੱਚ। ਔਰ ਇਸ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਇੱਕ ਫਾਊਂਡੇਸ਼ਨ ਹੈ ਉਹ ਇੱਕ ਰਿਪਬਲਿਕ ਕਰਾਫਟ ਕੀਤੀ ਗਈ। ਉਹ ਤੁਸੀਂ ਕਦੀ ਪ੍ਰੀਐਂਬਲ ਝਾਤ ਮਾਰੋ, ਉਸ 'ਚ ਲਿਖਿਆ ਹੁੰਦਾ ਵੀ ਦਾ ਪੀਪਲ ਆਫ ਇੰਡੀਆ। ਯਾਨੀ ਕਿ ਅਸੀਂ ਜਿਹੜਾ ਸੰਵਿਧਾਨ ਹੈ ਸਾਡੇ ਲੋਕਾਂ ਦਾ ਆਪਣਾ ਹੀ ਬਣਾਇਆ ਹੈ। ਉਹਦੇ ਵਿੱਚ ਜਿਹੜੇ 4 ਪਿਲਰਸ ਨੇ, ਜਸਟਿਸ ਯਾਨੀ ਕਿ ਸੋਸ਼ਲ, ਇਕਨੋਮਿਕ, ਪੋਲੀਟੀਕਲ, ਜਿਸ ਤਰ੍ਹਾਂ ਹੁਣ ਵੋਟ ਪਾਉਣ ਦਾ ਹੱਕ ਸਾਰੇ ਨੂੰ ਹੈਗਾ, ਹੈ ਨਾ, 18 ਸਾਲ ਤੋਂ ਉੱਪਰ ਨੇ ਜਾਂ ਜਿਸ ਤਰ੍ਹਾਂ ਵੀ, ਤੇ ਇਸ ਤਰ੍ਹਾਂ ਹੀ ਇਕਨੋਮਿਕ ਜਸਟਿਸ ਹੈ ਕਿ ਮੈਨ ਔਰ ਵੂਮਨ ਜਿਹੜੀਆਂ ਨੇ ਬਰਾਬਰ ਕੰਮ ਦੀਆਂ ਬਰਾਬਰ ਵੇਤਨ ਮਿਲੇਗਾ, ਹੈ ਨਾ। ਇਸੇ ਤਰ੍ਹਾਂ ਤੁਹਾਡਾ ਇੱਕ ਜਿਹੜਾ ਇਕੁਆਲਿਟੀ ਹੈ, ਸਮਾਨਤਾਵਾਂ, ਉਹ ਵੀ ਸਾਨੂੰ ਇੱਕ ਫੰਡਾਮੈਂਟਲ ਰਾਈਟ ਦੇ ਤੌਰ ਤੇ ਮਿਲੀਆਂ ਨੇ। ਇੱਕ ਜਿਹੜੀ ਲਿਬਰਟੀ ਹੈ ਉਹ ਵੀ ਸਾਨੂੰ ਫੰਡਾਮੈਂਟਲ ਰਾਈਟ ਦੇ ਤੌਰ ਤੇ ਮਿਲੀ ਹੈ ਵੀ ਅਸੀਂ ਜਿੱਥੇ ਮਰਜ਼ੀ ਚਾਹੀਏ, ਜਿਸ ਤਰ੍ਹਾਂ ਮਰਜ਼ੀ ਚਾਹੀਏ ਅਸੀਂ ਕੰਮ ਕਰ ਸਕਦੇ ਹਾਂ, ਸਾਨੂੰ ਕੋਈ ਰੋਕ ਨਹੀਂ ਸਕਦਾ, ਹੈ ਨਾ। ਤੇ ਇਹ ਇੱਕ ਸਾਡੀ ਡੈਮੋਕ੍ਰੇਸੀ ਦਾ ਇੱਕ ਬੇਸਿਕ ਪਿਲਰ ਨੇ, ਜਿਹੜੇ 4 ਪਿਲਰ ਜਿਹੜੇ ਤੁਹਾਨੂੰ ਮੈਂ ਗਿਣਾਏ, ਜਸਟਿਸ, ਲਿਬਰਟੀ, ਇਕੁਆਲਿਟੀ ਔਰ ਫਰੈਟਰਨਿਟੀ। ਫਰੈਟਰਨਿਟੀ ਹੁੰਦੀ ਹੈ ਬ੍ਰਦਰਹੁੱਡ, ਭਾਈਚਾਰਾ। ਇਸੇ ਕਰਕੇ ਇੰਡੀਆ ਦਾ ਜਿਹੜਾ ਕਰੈਕਟਰ ਬਣਿਆ ਉਹ ਸੈਕੂਲਰ ਬਣਿਆ। ਹੁਣ ਕਿਰਤੀ ਕਾਨੂੰਨ ਜਿਹੜੇ ਨੇ ਉਹ 1947 ਦੇ ਵਿੱਚ ਉਸ ਸਮੇਂ ਦੀ ਮੌਜੂਦਾ ਲੀਡਰਸ਼ਿਪ ਨੇ ਇਹ ਇੱਕ ਸੋਚ ਵਿਚਾਰ ਸੀ, ਕਿਉਂਕਿ ਕਿਰਤੀਆਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਸੀ। ਇਸ ਕਰਕੇ ਉਹਨਾਂ ਨੇ ਇਨਸ਼ੋਰ ਕੀਤਾ ਕਿ ਭਾਈ ਜਦੋਂ ਅਸੀਂ ਇੰਡਸਟਰੀਲਾਈਜੇਸ਼ਨ ਦਾ ਵੇ ਅਪਣਾਵਾਂਗੇ, ਕਿਉਂਕਿ ਇਹਦੇ 'ਚ ਮੈਂ ਤੁਹਾਨੂੰ ਇਹ ਗੱਲ ਰੱਖਣਾ ਚਾਹਾਂਗਾ, ਕਿਉਂਕਿ ਜਦੋਂ ਅਸੀਂ ਇੱਕ ਇੰਡੀਆ ਦੇ ਵਿੱਚ ਐਗਰੀਕਲਚਰ ਦੀ ਬਤੌਰ ਅਗਰ ਅਸੀਂ ਉਹਨੂੰ ਇਕਾਨਮੀ ਦੇ ਤੌਰ ਤੇ ਲੈਂਦੇ ਆ ਤੇ ਉਸੇ ਕੋਲ ਸਾਡੇ ਕੋਲ ਇੰਨਾ ਸਫੀਸ਼ੀਐਂਟ ਨਹੀਂ ਸੀ ਹੈਗਾ ਕਿ ਐਗਰੀਕਲਚਰ ਹੀ ਸਾਨੂੰ ਪੂਰੀ ਤਰ੍ਹਾਂ ਅੱਗੇ ਲੈ ਕੇ ਜਾਂਦਾ। ਬਿਲਕੁਲ। ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਰੱਖੀ ਕਿ ਬੈਸਟ ਪ੍ਰੈਕਟਿਸਿਸ ਅਸੀਂ ਅਡਾਪਟ ਕੀਤੀਆਂ, ਤੇ ਅਸੀਂ ਇਸੇ ਤਰ੍ਹਾਂ ਇੱਕ ਬੈਸਟ ਪ੍ਰੈਕਟਿਸਿਸ ਆਪਣੀਆਂ ਅਡਾਪਟ ਕੀਤੀਆਂ ਜਿਹਦੇ ਵਿੱਚ ਉਜਰਤ ਪੈਦਾ ਹੁੰਦੀ। ਔਰ ਉਜਰਤ ਕਿੱਦਾਂ ਪੈਦਾ ਹੁੰਦੀ? ਜੇ ਇੰਡਸਟਰੀ ਲੱਗਦੀ। ਹੁਣ ਜੇ ਇੰਡਸਟਰੀ ਲੱਗਣੀ ਹੈ ਤਾਂ ਉਸ ਸਮੇਂ ਸਾਡੇ ਕੋਲ ਇੰਨਾ ਕੁ ਸਰਮਾਇਆ ਨਹੀਂ ਸੀ ਹੈਗਾ, ਕਿਉਂਕਿ ਦੇਖੋ ਬੜੀ ਸਾਫ਼ ਜੀ ਗੱਲ ਹੈ, ਅੱਜ ਵੀ ਉਹ ਦੇਖੋ ਕਿੰਨਾ ਕਲਾਈਵ ਸਾਨੂੰ ਨਜ਼ਰ ਆ ਰਿਹਾ। ਉਸ ਸਮੇਂ ਦੀ ਸੋਚ ਤੁਹਾਨੂੰ ਦੱਸ ਰਿਹਾ ਕਿ ਉਸ ਸਮੇਂ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਸੀ ਉਹਨਾਂ ਨੇ ਸੋਚਿਆ ਕਿ ਜੇ ਅਜਿਹਾ ਕੰਮ ਅਸੀਂ ਛੋਟੇ ਪ੍ਰਾਈਵੇਟ ਪੂੰਜੀਪਤੀਆਂ ਨੂੰ ਦਿੰਦੇ ਆ ਤੇ ਉਹ ਤਾਂ ਪ੍ਰੋਫਿਟ ਦੇ ਮੁਨਾਫੇ ਉੱਪਰ ਕੰਮ ਕਰਨ ਦੇ। ਤੇ ਦੇਸ਼ ਦੀ ਜਿਹੜੀ ਜਨਤਾ ਹੈਗੀ ਉਹ ਕੋਈ ਮਾਤਰ ਸਾਥੀ ਹੈ, ਕੋਈ ਬਹੁਤਾ ਤਾਂ ਹੈ ਨਹੀਂ ਉਹਨਾਂ ਕੋਲ। ਤੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਇੱਕ ਮਾਡਲ ਅਡਾਪਟ ਕੀਤਾ ਇਸ ਸੰਵਿਧਾਨ ਦੇ ਵਿੱਚ, ਜਿਹਨੂੰ ਕਹਿੰਦੇ ਨੇ ਸੋਸ਼ਲ ਵੈਲਫੇਅਰ ਸਟੇਟ। ਜਿਹਦੇ ਵਿੱਚ ਜਿੰਨਾ ਵੀ ਉਦਯੋਗੀਕਰਨ ਸੀ ਉਹ ਮੈਜੋਰਿਟੀ ਇਹਨਾਂ ਨੇ ਪਬਲਿਕ ਸੈਕਟਰ 'ਚ ਰੱਖ ਲਿਆ, ਯਾਨੀ ਕਿ ਗਵਰਨਮੈਂਟ ਕੰਟਰੋਲ ਦੇ ਵਿੱਚ, ਔਰ ਕੁਝ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੇ ਪ੍ਰਾਈਵੇਟ ਸੈਕਟਰ ਨੂੰ ਦਿੱਤੀਆਂ ਤਾਂ ਕਿ ਤੁਸੀਂ ਵੀ ਆਪਣਾ ਕੰਮ ਚਲਾਈ ਚੱਲੋ। ਠੀਕ ਹੈ। ਔਰ ਉਸ ਉਦਯੋਗੀਕਰਨ ਦੇ ਵਿੱਚ ਜਿਹੜਾ ਮਾਡਲ ਅਡਾਪਟ ਹੋਇਆ ਦੈਟ ਇਜ਼ ਕਾਲਡ ਮਿਕਸਡ ਇਕੋਨਮੀ, ਜਿਹਦੇ 'ਚ ਡੋਮੀਨੇਟਿੰਗ ਰੋਲ ਗਵਰਨਮੈਂਟ ਦਾ ਰਿਹਾ ਐਜ਼ ਅ ਮਾਡਲ ਇੰਪਲਾਇਰ, ਔਰ ਸਬਸਰਵੀਐਂਟ ਜਿਹਨੂੰ ਅਸੀਂ ਐਂਸਿਲਰੀ ਰੋਲ ਕਹਿੰਦੇ ਆ ਉਹ ਰਿਹਾ ਪ੍ਰਾਈਵੇਟ ਸੈਕਟਰ ਦਾ। ਹੁਣ ਇਹਦੇ 'ਚ ਕੀ ਸੀ
ਕਿ ਜਦੋਂ ਗਵਰਨਮੈਂਟ ਸੈਕਟਰ ਨੇ ਇੱਕ ਇੰਡਸਟਰੀ ਲਗਾਈ, ਨੈਚੁਰਲੀ ਉਹ ਚਾਹੁੰਦੇ ਸੀ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ, ਨੋ ਪ੍ਰੋਫਿਟ ਨੋ ਲਾਸ ਦੀ ਚੀਜ਼ ਦੇਣੀ ਹੈ ਨਾ। ਉਸ ਚੀਜ਼ ਨੂੰ ਲੈ ਕੇ ਜਦੋਂ ਇਹਨਾਂ ਨੇ ਇਨਵੈਸਟਮੈਂਟ ਕੀਤੀ ਤਾਂ ਉਹਨਾਂ ਨੇ ਕਿਹਾ ਆਹ ਲੇਬਰ ਲਾਅ ਜਿਹੜੇ ਨੇ ਅਜਿਹੇ ਬਣਾਓ ਕਿ ਜਿਹੜੇ ਕਿਰਤੀਆਂ ਨੂੰ ਉਹਨਾਂ ਦਾ ਹੱਕ ਦੇਣ। ਬਿਲਕੁਲ ਜੀ ਜੀ, ਕਿਉਂਕਿ ਬਥੇਰਾ ਲੰਬਾ ਇਤਿਹਾਸ, ਜਿਵੇਂ ਤੁਹਾਨੂੰ ਗਣਾਇਆ ਮੈਂ, ਜੀ ਜੀ, ਬਥੇਰਾ ਲੰਬਾ ਇਤਿਹਾਸ ਸੀ ਕਿ ਲੋਕਾਂ ਦੇ ਨਾ ਕੋਈ ਵਰਕਿੰਗ ਆਵਰਸ ਫਿਕਸ ਸੀ, ਨਾ ਕੋਈ ਉਹਨਾਂ ਦਾ ਪੇਮੈਂਟ ਦਾ ਵੇਜ ਦਾ ਪੇਮੈਂਟ ਦਾ ਕੋਈ ਸਮੇਂ ਫਿਕਸ ਸੀ। ਸੋਸ਼ਲ ਸਿਕਿਉਰਿਟੀ ਤੇ ਛੱਡੋ, ਪਰ ਉਹ ਬਹੁਤ ਬਾਅਦ ਦੀ ਗੱਲ ਹੈ, ਤੇ ਮਿਨੀਮਮ ਵੇਜ ਦਾ ਵੀ ਕੋਈ ਇਸ਼ੂ ਨਹੀਂ ਸੀ ਹੈਗਾ। ਤੇ ਜਿੰਨੇ ਕਾਨੂੰਨ ਨੇ ਉਹ ਤੁਹਾਡੇ ਇੰਡੀਪੈਂਡੈਂਸ ਦੇ ਪੀਰੀਅਡ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲਦੇ ਨੇ ਜੀ। ਤੇ ਗੁਲਾਟੀ ਸਾਹਿਬ, ਬਹੁਤੀ ਵਾਰੀ ਤਾਂ ਜਿੱਦਾਂ ਆਮ ਜਨਤਾ ਇਹੀ ਸਮਝਦੀ ਹੈ ਕਿ ਜਿਹੜਾ ਇਹ ਲੇਬਰ ਲਾਅ ਹੈਗਾ ਹੈ ਨਾ, ਇਹ ਸਿਰਫ ਔਰ ਸਿਰਫ ਉਦਯੋਗਿਕਕਰਨ ਨਾਲ ਸੰਬੰਧਿਤ ਹੈ, ਉਦਯੋਗਿਕ ਖੇਤਰ ਨਾਲ। ਤੇ ਤੁਸੀਂ ਹੁਣ ਆਪਣੇ ਜਵਾਬ ਵਿੱਚ ਇਹ ਚੀਜ਼ ਵੀ ਸਾਫ਼ ਕਰ ਦਿੱਤੀ, ਸਪਸ਼ਟ ਕਰ ਦਿੱਤੀ ਹੈ ਕਿ ਇਹਦੇ ਵਿੱਚ ਖੇਤੀਬਾੜੀ ਵਰਗੇ ਹੋਰ ਵੀ ਕਿੱਤੇ ਜਿਹੜੇ ਨੇ ਉਹ ਸ਼ਾਮਿਲ ਨੇ। ਜਿਹੜਾ ਕਿਰਤਾ ਇੰਪਲਾਇਮੈਂਟ ਕਰੂਗਾ ਜੀ ਜੀ, ਦੈਟ ਇਜ਼ ਕਵਰਡ ਬਾਈ ਲੇਬਰ ਲਾਅ। ਜੀ ਜੀ, ਜਿੱਥੇ ਵੀ ਕਿਰਤ ਦਾ ਕੋਈ ਸੰਬੰਧ ਹੈ, ਮੈਨ ਪਾਵਰ ਇੰਪਲਾਇਮੈਂਟ, ਜੀ ਜੀ, ਉਹ ਸਾਰੇ ਇਹਦੇ ਵਿੱਚ ਕਵਰ ਹੁੰਦੇ ਨੇ ਜੀ। ਤੇ ਗੁਲਾਟੀ ਸਾਹਿਬ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਕਿਰਤ ਕਾਨੂੰਨ ਹੈ, ਇਹਦੀ ਰੂਪ ਰੇਖਾ ਕੀ ਹੈ? ਰੂਪ ਰੇਖਾ ਇੱਦਾਂ ਹੈ ਜੀ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਕਿ ਇੱਕ ਕਿਰਤੀ ਹੈ ਜੀ ਜੀ, ਉਹ ਇੱਕ ਆਪਣੀ ਪੜ੍ਹਾਈ ਲਿਖਾਈ ਤੇ ਚਲੋ ਜਿੱਦਾਂ ਦੀ ਵੀ ਹੈ ਕਰਕੇ ਉਹ ਇੱਕ ਕਿਸੇ ਬੰਦੇ ਕੋਲ ਰੋਜ਼ਗਾਰ ਲੈਣ ਜਾਂਦਾ ਹੈ, ਤੇ ਇੱਕ ਮਾਲਕ ਉਹਨੂੰ ਰੋਜ਼ਗਾਰ ਤੇ ਰੱਖਦਾ ਹੈ, ਜੀ ਜੀ, ਠੀਕ ਹੈ ਜੀ। ਉਹਦੇ 'ਚ ਸੰਬੰਧ ਪੈਦਾ ਹੁੰਦੇ ਨੇ ਜੀ, ਬਿਲਕੁਲ। ਹੁਣ ਇਹ ਜਿਹੜਾ ਰੋਜ਼ਗਾਰ ਦਾ ਜਿਹੜਾ ਫਾਊਂਡੇਸ਼ਨ ਹੈ, ਉਹ ਕਿਸੇ ਲੈਣ ਦੇਣ ਤੋਂ ਬਿਨਾਂ ਨਹੀਂ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਵੀ ਜਿਵੇਂ ਤਾੜੀ ਦੋ ਹੱਥ ਨਾਲ ਵੱਜਦੀ ਹੈ, ਬਿਲਕੁਲ ਇਸੇ ਤਰ੍ਹਾਂ ਕਿਰਤੀ ਜਿਹੜੀ ਹੈ ਆਪਣੀਆਂ ਐਫਰਟਸ, ਆਪਣੀਆਂ ਸਕਿੱਲਸ, ਆਪਣੀ ਪੜ੍ਹਾਈ ਲਿਖਾਈ, ਆਪਣੀ ਕਾਰੀਗਰੀ ਉਹ ਇੱਕ ਇੰਪਲਾਇਰ ਨੂੰ ਦਿੰਦਾ ਹੈ। ਤੇ ਜਿਹੜਾ ਇੰਪਲਾਇਰ ਹੈ ਉਸ ਕਾਰੀਗਰੀ ਦੇ ਬੇਸ ਦੇ ਉੱਪਰ ਸਮਾਨ ਬਣਵਾਉਂਦਾ ਹੈ ਜਾਂ ਸਰਵਿਸ ਐਕਸਟੈਂਡ ਕਰਦਾ ਹੈ, ਤੇ ਉਹਨੂੰ ਮੁਨਾਫਾ ਹੁੰਦਾ ਹੈ ਨਾ। ਤੇ ਜਿਸ ਤਰ੍ਹਾਂ ਤਾੜੀ ਦੋ ਹੱਥ ਨਾਲ ਨਹੀਂ ਵੱਜਦੀ, ਇਸੇ ਤਰ੍ਹਾਂ ਹੀ ਜਿਹੜੀ ਹੈ ਉਹ ਇੱਕ ਕਿਰਤੀ ਨੂੰ ਉਹਨੂੰ ਇੱਕ ਤਨਖਾਹ ਦੇਣੀ ਪੈਂਦੀ ਹੈ, ਵੇਜਿਸ ਪੇ ਕਰਨੀਆਂ ਪੈਂਦੀਆਂ ਨੇ। ਮਤਲਬ ਉਹਦੇ ਕੰਮ ਦੇ ਬਦਲੇ ਕੁਝ ਨਾ ਕੁਝ, ਕੋਈ ਇੱਕ ਕੰਸੀਡਰੇਸ਼ਨ ਕੁਝ ਨਾ ਕੁਝ ਉਹਨੂੰ ਦੇਵੇਗਾ, ਦੇਣਾ ਪੈਣਾ, ਕਿਉਂਕਿ ਉਹਦਾ ਵੀ ਜਿਹੜਾ ਰੋਟੀ ਰੋਜ਼ੀ ਤੋਂ ਬਿਨਾਂ ਕੰਮ ਨਹੀਂ ਚੱਲਣਾ, ਕਿਉਂਕਿ ਉਹਦਾ ਸੋਰਸ ਆਫ ਲਿਵਲੀਹੁੱਡ ਜਿਹੜੇ ਉਹਦੀ ਸਿਰਫ ਨੌਕਰੀ ਹੈ, ਹੈ ਨਾ। ਉਹਦੇ ਵਿੱਚ ਜਿਵੇਂ ਸਾਡੇ ਕੋਲ ਅਜਿਹੇ ਲੇਬਰ ਲਾਅਸ ਨੇ ਜਿਹੜੇ ਸਾਡੇ ਵੇਜਿਸ ਦੇ ਉੱਪਰ ਨੋਟੀਫਾਈਡ ਨੇ ਇੰਡੀਪੈਂਡੈਂਸ ਤੋਂ ਬਾਅਦ, ਲਾਈਕ ਜਿਸ ਤਰ੍ਹਾਂ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਪੇਮੈਂਟ ਆਫ ਵੇਜਿਸ ਐਕਟ ਆਇਆ ਆਜ਼ਾਦੀ ਤੋਂ ਪਹਿਲੇ 1936 ਵਿੱਚ। ਉਹ ਰਿਸਪੌਂਸ ਹੈਗਾ ਸੀ ਕਿਉਂਕਿ ਕਿਰਤੀਆਂ ਨੂੰ ਉਹਨਾਂ ਦੀ ਤਨਖਾਹ ਟਾਈਮ ਸਿਰ ਨਹੀਂ ਸੀ ਮਿਲਦੀ। ਉਸ ਕਾਨੂੰਨ ਦੇ ਵਿੱਚ ਇਹ ਧਾਰਾ ਹੈਗੀ ਹੈ ਕਿ ਉਹ ਜਿਹੜੀ ਟਾਈਮਿੰਗ ਹੈ ਪੇਮੈਂਟ ਆਫ ਵੇਜਿਸ ਐਕਟ ਉਹਨੂੰ ਰੈਗੂਲੇਟ ਕਰਦਾ ਹੈ, ਕਿਉਂਕਿ ਉਹਦਾ ਮੰਤਵ ਹੀ ਇਹੀ ਹੈ ਜੀ ਜੀ, ਜਸਟ ਟੂ ਰੈਗੂਲੇਟ ਦਾ ਪੇਮੈਂਟ ਆਫ ਵੇਜਿਸ ਟੂ ਦਾ ਵਰਕਮੈਨ। ਉਹਦੀ ਟਾਈਮਿੰਗ, ਉਹਦਾ ਮੋਡ ਆਫ ਪੇਮੈਂਟ, ਜੋ ਉਹਦਾ ਤੌਰ ਤਰੀਕਾ ਪੇ ਕਰਨ ਦਾ ਹੈ ਨਾ, ਉਹ ਅੱਛਾ। ਹੁਣ ਉਹਦੇ ਵਿੱਚ ਤਨਖਾਹ 'ਚ ਕਈ ਵਾਰੀ ਇੰਪਲਾਇਰ ਜਾਂ ਇੰਡਸਟਰੀਲਿਸਟ ਉਹਦੇ ਪੈਸੇ ਇੱਦਾਂ ਕੱਟ ਲੈਂਦਾ ਸੀ ਕਿ ਉਹਦੇ ਕੋਲ ਜਿਵੇਂ ਸਪੋਜ਼ ਕਰੋ 1000 ਰੁਪਏ ਤਨਖਾਹ ਹੈ, ਅੱਛਾ ਜੀ, ਤੇ ਉਹਨੇ 800 ਰੁਪਏ ਕੱਟ ਲੈਣੇ, ਤੇ ਉਹਨੂੰ 200 ਰੁਪਏ ਮਿਲਣਾ, ਉਹ ਵੀ ਕਹਿਣਾ ਤੈਨੂੰ ਦੋ ਕਿਸ਼ਤਾਂ ਦਿੰਦੇ ਆ। ਅੱਛਾ ਜੀ, ਹੁਣ ਇਦਾਂ ਦੀਆਂ ਡਿਡਕਸ਼ਨਸ ਵੀ ਉਸ ਪੇਮੈਂਟ ਆਫ ਵੇਜਿਸ ਐਕਟ ਦੇ ਵਿੱਚ 1936 ਚ ਮੈਂਸ਼ਨ ਕੀਤੀਆਂ ਹੋਈਆਂ ਨੇ। ਜੀ ਜੀ ਜੀ। ਹੁਣ ਮੈਂ ਮਿਨੀਮਮ ਵੇਜਿਸ ਐਕਟ ਦੀ ਗੱਲ ਕਰਦਾ, ਜਿਵੇਂ ਤੁਹਾਨੂੰ ਮੈਂ ਵੇਜ ਲੇਬਰ ਲਾਅ ਦੀ ਗੱਲ ਕਰ ਰਿਹਾ, ਬਿਲਕੁਲ ਇਸ ਤਰ੍ਹਾਂ ਹੀ 1948 ਦੇ ਵਿੱਚ ਇੱਕ ਕਾਨੂੰਨ ਬਣਿਆ ਮਿਨੀਮਮ ਵੇਜਿਸ ਐਕਟ, ਨਿਊਨਤਮ ਤਨਖਾਹ ਜੀ। ਤੇ ਨਿਊਨਤਮ ਤਨਖਾਹ ਦੇਣੀ, ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਹੱਕ ਹੈ ਆਪਣਾ ਇੱਕ ਵਿਵਸਾਇ ਕਿੱਥੇ ਵੀ ਜਾ ਕੇ ਸੈੱਟ ਕਰਨ ਨੂੰ। ਇੰਡਸਟਰੀਲਿਸਟ ਲੌਬੀ ਨੇ, ਇੰਪਲਾਇਡ ਲੌਬੀ ਨੇ ਸੁਪਰੀਮ ਕੋਰਟ ਤੱਕ ਮਿਨੀਮਮ ਵੇਜਿਸ ਐਕਟ ਨੂੰ ਲੈ ਕੇ ਗਏ ਕਿ ਇਹ ਸਾਡੇ ਹੱਕਾਂ ਦੇ ਉੱਪਰ ਕੁਤਈ ਹੈ, ਅੱਛਾ ਰੋਕ ਹੈ ਜੀ ਜੀ। ਲੇਕਿਨ ਸੁਪਰੀਮ ਕੋਰਟ ਦਾ ਇੱਕ ਬੜਾ ਫੇਮਸ ਕੇਸ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤੁਹਾਨੂੰ ਕਿਰਤੀ ਰੱਖਣੇ ਨੇ, ਤੁਹਾਨੂੰ ਤਨਖਾਹ ਮਿਨੀਮਮ ਵੇਜ ਰੇਟ ਜਿਹੜੀ ਸੈੱਟ ਕੀਤੀ ਗਈ ਹੈ ਲਾਅ ਦੇ ਵਿੱਚ ਦੇਣੀ ਪੈਣੀ, ਉਹਦੇ ਅਨੁਸਾਰ ਦੇਣੀ ਪੈਣੀ ਜੀ ਜੀ, ਬਿਲਕੁਲ ਨਹੀਂ ਦਵੋਗੇ ਤੇ ਤੁਹਾਨੂੰ ਕੋਈ ਹੱਕ ਨਹੀਂ ਕੰਮ ਕਰਨ ਦਾ ਜੀ ਜੀ ਜੀ। ਤੇ ਮਿਨੀਮਮ ਵੇਜਿਸ ਐਕਟ 1948 ਉਸ ਚੀਜ਼ ਦਾ ਇੱਕ ਬਹੁਤ ਵੱਡਾ ਇੱਕ ਸਾਡਾ ਲੇਬਰ ਲਾਅ ਪ੍ਰੋਮੀਨੈਂਟ ਹੈ ਜੀ ਜੀ। ਤੇ ਗੁਲਾਟੀ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਵੀ ਸਾਡਾ ਜਿਹੜਾ ਸੰਵਿਧਾਨ ਹੈ ਨਾ, ਸਭ ਤੋਂ ਉੱਤਮ ਹੈ, ਸਭ ਤੋਂ ਉੱਚ ਹੈ ਨਾ, ਉਸ ਤੋਂ ਇਲਾਵਾ ਆਪਾਂ ਕੋਈ ਕਾਨੂੰਨ ਦੀ ਜਿਹੜੀ ਹੈਗੀ ਆ ਅੱਗੇ ਨਹੀਂ ਕੋਈ ਚਲਾ ਸਕਦੇ, ਕਿਤੇ ਪਾਸੇ ਕੋਈ ਜਿਹੜਾ ਲਾਗੂ ਨਹੀਂ ਹੁੰਦਾ ਤੇ ਨਾ ਹੀ ਕੋਈ ਇੰਪਲੀਮੈਂਟ ਹੁੰਦਾ, ਉਹਦੇ ਅਨੁਸਾਰ ਹੀ ਸਾਨੂੰ ਚੱਲਣਾ ਪੈਂਦਾ। ਤੇ ਮੈਨੂੰ ਇਹ ਦੱਸੋ ਕਿ ਸਾਡੇ ਸੰਵਿਧਾਨ ਵਿੱਚ ਵੀ ਇਹਦੀ ਕੋਈ ਕਿਤੇ ਜ਼ਿਕਰ ਹੈਗਾ, ਕਿੱਥੇ ਇਹਦੀ ਜ਼ਿਕਰ ਹੈਗਾ, ਤੇ ਉਹਦੀ ਜ਼ਿਕਰ ਕੀ ਹੈ, ਇਹਦੀ ਜਗ੍ਹਾ ਕੀ ਉਹਦੇ ਵਿੱਚ? ਦੇਖੋ, ਕਾਨੂੰਨ ਜਦੋਂ ਬੰਦੇ ਨੇ ਨਾ, ਕਾਨੂੰਨ ਹਮੇਸ਼ਾ ਬੰਦੇ ਨੇ ਜਦੋਂ ਕੋਈ ਜ਼ਰੂਰਤ ਸਮਾਜਿਕ ਪੱਧਰ ਦੇ ਉੱਪਰ, ਆਰਥਿਕ ਪੱਧਰ ਦੇ ਉੱਪਰ ਜਾਂ ਕਿਸੇ ਹੋਰ ਪੱਧਰ ਦੇ ਉੱਪਰ ਉੱਠੇ, ਉਦੋਂ ਕਾਨੂੰਨ ਬਣਦੇ ਨੇ। ਤੇ ਕਾਨੂੰਨ ਦੇ ਵਿੱਚ ਉਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਕੰਪਲਸਰੀ ਹੈ, ਉਹਦੀ ਮਨੌਤੀ ਹੋਣਾ ਲਾਜ਼ਮੀ ਹੈ। ਜਿਸ ਤਰ੍ਹਾਂ ਤੁਹਾਨੂੰ ਮੈਂ ਜ਼ਿਕਰ ਕਰ ਰਿਹਾ ਸੀ ਮਿਨੀਮਮ ਵੇਜਿਸ ਐਕਟ 1948 ਦਾ, ਕਿ ਜਦੋਂ ਇੰਪਲਾਇਡ ਲੌਬੀ ਨੇ ਇਸ ਨੂੰ ਚੈਲੰਜ ਕੀਤਾ ਕਿ ਸਾਡੇ ਫੰਡਾਮੈਂਟਲ ਰਾਈਟ ਦੇ ਉੱਪਰ ਇੱਕ ਕੁਤਈ ਹੈ ਜਾਂ ਰੋਕ ਹੈ, ਤੇ ਸੰਵਿਧਾਨ ਦਾ ਜਿਹੜੀ ਆਲਰੇਡੀ ਕਲਾਸ ਸੀ ਸੁਪਰੀਮ ਕੋਰਟ ਤੱਕ ਨੇ ਨਹੀਂ ਮੰਨੀ। ਤਾਂ ਬੜਾ ਸ਼ੋਰ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਹੱਕ ਕੁਤਈ, ਹੁਣ ਜਿਸ ਤਰ੍ਹਾਂ ਹੁਣ ਪੇਮੈਂਟ ਆਫ ਬੋਨਸ ਐਕਟ ਹੈ,
ਇਹ ਵੀ ਵੇਜਿਸ ਦਾ ਐਕਟ, ਫੈਮਿਲੀ ਦਾ ਐਕਟ ਹੈ ਜੀ ਜੀ। ਤੇ ਇਹਦੇ ਵਿੱਚ ਵੀ ਜਿਹੜੇ ਇਹ ਬਣਿਆ ਸੀ 1965 ਦੇ ਵਿੱਚ। ਅੱਛਾ ਜੀ। ਕਿਉਂਕਿ ਕਾਨੂੰਨ ਜਿਹੜੇ ਨੇ ਹਮੇਸ਼ਾ ਹੀ ਉਦੋਂ ਬੰਦੇ ਨੇ ਕਿ ਜਦੋਂ ਇੱਕ ਸਮਾਜ ਤੋਂ ਕੋਈ ਇਦਾਂ ਦੀ ਬੁਲੰਦ ਆਵਾਜ਼ ਹੁੰਦੀ ਹੈ ਤੇ ਉਹਦੇ 'ਚ ਉਹ ਚੀਜ਼ਾਂ ਗਲਤ ਹੋ ਰਹੀਆਂ ਹੁੰਦੀਆਂ ਨੇ ਕੁਰੀਤੀਆਂ, ਤੇ ਉਹਨੂੰ ਸੈਟਰਾਈਟ ਕਰਨ ਵਾਸਤੇ ਕਾਨੂੰਨ ਬਣਾਇਆ ਜਾਂਦਾ ਹੈ। ਜੀ ਜੀ। ਆਫਟਰ ਆਲ ਇੱਕ ਰੈਗੂਲੇਟਡ ਸਟੇਟ ਸਿਸਟਮ ਦੇ ਵਿੱਚ ਜਿਹੜਾ ਕਾਨੂੰਨ ਹੈ ਇਹ ਸਭ ਨਾਲ ਵੱਡਾ ਰੋਲ ਇਹੀ ਪਲੇ ਕਰਦਾ ਨਾ ਜੀ। ਜੀ ਜੀ। ਤੇ ਹੁਣ ਤੁਸੀਂ ਇਹ ਗੱਲ ਕੀਤੀ ਹੈ ਸੰਵਿਧਾਨ ਦੀ ਕਿ ਉਹਦੇ ਵਿੱਚ ਵੀ ਇੱਕ ਪ੍ਰੋਪਰ ਤਰੀਕੇ ਨਾਲ ਪੂਰਨ ਰੂਪ 'ਚ ਦੱਸਿਆ ਗਿਆ ਹੈਗਾ ਕਿ ਇਹਦੀ ਆਹ ਜਗ੍ਹਾ ਹੈਗੀ ਹੈ ਕਿ ਕਿਰਤ ਕਾਨੂੰਨ ਜਿਹੜਾ ਹੈਗਾ ਇਹਦੇ ਵਿੱਚ ਸ਼ਾਮਿਲ ਹੈਗਾ ਤੇ ਤੁਹਾਨੂੰ ਇਹਦੇ ਅਨੁਸਾਰ ਹੀ ਅੱਗੇ ਚੱਲਣਾ ਪੈਣਾ। ਤੇ ਇਹ ਜਿਹੜੇ ਕਾਨੂੰਨ ਹੈ ਇਹ ਬਣਾਉਂਦਾ ਕੌਣ ਹੈ ਤੇ ਲਾਗੂ ਕੌਣ ਕਰਦਾ ਹੈ? ਹਾਂਜੀ, ਬੜਾ ਵਾਜਬ ਕੁਐਸਚਨ ਹੈ ਤੁਹਾਡਾ। ਇਹਦੇ ਵਿੱਚ ਇਸ ਤਰ੍ਹਾਂ ਕਿ ਸਾਡੇ ਸੰਵਿਧਾਨ 'ਚ ਇੱਕ ਅਰੇਂਜਮੈਂਟ ਹੈ 7th ਸ਼ਡਿਊਲ। ਅੱਛਾ ਜੀ। ਸ਼ਡਿਊਲ ਨੰਬਰ 7। ਅੱਛਾ ਜੀ। ਉਹਦੇ ਵਿੱਚ ਕੁਝ ਅਜਿਹੇ ਤਰੀਕੇ ਵੰਡੇ ਹੋਏ ਨੇ ਕਿ ਆਹ ਕਾਨੂੰਨ ਸੈਂਟਰਲ ਗਵਰਨਮੈਂਟ ਬਣਾਏਗੀ, ਬਿਲਕੁਲ, ਆਹ ਕਾਨੂੰਨ ਸਟੇਟ ਗਵਰਨਮੈਂਟ ਬਣਾਏਗੀ। ਜੀ ਜੀ। ਇੱਕ ਤੀਜੀ ਲਿਸਟ ਹੈ ਕਨਕਰੈਂਟ ਲਿਸਟ, ਅੱਛਾ ਜੀ, ਜਿਹਦੇ ਵਿੱਚ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨਾਂ ਨੂੰ ਹੱਕ ਦਿੱਤਾ ਗਿਆ ਕਾਨੂੰਨ ਬਣਾਉਣ ਦਾ। ਲੇਬਰ ਜਿਹੜਾ ਹੈਗਾ ਕਨਕਰੈਂਟ ਲਿਸਟ ਦਾ ਸਬਜੈਕਟ ਹੈ। ਚਾਹੇ ਬੇਸ਼ੱਕ ਸੱਚਾਈ ਇਹ ਹੈ ਕਿ ਮੈਜੋਰਿਟੀ ਕਾਨੂੰਨ ਸੈਂਟਰ ਗਵਰਨਮੈਂਟ ਨੇ ਬਣਾਏ ਹੋਏ ਨੇ ਲੇਬਰ ਦੇ ਮੈਟਰ ਸੇ। ਜੀ ਜੀ। ਹੈ ਨਾ। ਹੁਣ ਉਹ ਜਿਹੜੇ ਕਾਨੂੰਨ ਬਣਾਉਂਦੀ ਤੇ ਸੈਂਟਰ ਗਵਰਨਮੈਂਟ ਹੈ, ਲੇਕਿਨ ਜਿਹੜੇ ਇੰਪਲੀਮੈਂਟੇਸ਼ਨ ਹੈ ਜਿਹੜੀ ਉਹਦੀ ਜਿਹੜੀ ਐਗਜ਼ਿਸਟ ਇੰਪਲੀਮੈਂਟੇਸ਼ਨ ਇੰਪਲੀਮੈਂਟ ਉਹਨੂੰ ਕਰਨਾ ਜਿਹੜਾ ਉਹਨੂੰ ਹੋਂਦ ਵਿੱਚ ਲਿਆਉਣਾ ਹੈ, ਜੀ ਜੀ, ਮੋਸ਼ਨ 'ਚ ਲੈ ਕੇ ਆਉਣਾ ਹੈ, ਉਹ ਤਾਂ ਸਾਰੀਆਂ ਸਟੇਟਾਂ ਕਰਦੀਆਂ ਨੇ ਔਰ ਯੂਨੀਅਨ ਟੈਰੀਟਰੀਜ਼। ਅੱਛਾ, ਉਹ ਸਟੇਟ ਲੈਵਲ ਦਾ ਕੰਮ ਹੈ ਨੈਚੁਰਲੀ ਜੀ। ਉਹ ਜਿਹੜੇ ਰਾਜ ਹੈਗੇ ਉਹ ਕਰਨਗੇ, ਬਾਕੀ ਜਿਹੜਾ ਬਣਾਉਣ ਦਾ ਕੰਮ ਹੈ ਪਾਰਲੀਮੈਂਟ ਦਾ ਤੇ ਸੈਂਟਰ ਲੈਵਲ ਦਾ ਕੰਮ ਹੈ। ਕਿਉਂਕਿ ਇਸ 'ਚ ਮੈਂ ਥੋੜਾ ਇਹ ਐਡ ਕਰਨਾ ਚਾਹਾਂਗਾ ਆਪਣੇ ਸਰੋਤਿਆਂ ਵਾਸਤੇ ਕਿ ਇਹਦੇ ਵਿੱਚ ਸਟੇਟ ਗਵਰਨਮੈਂਟਸ ਨੂੰ ਵੀ ਪੂਰਾ ਹੱਕ ਮਿਲਿਆ ਗਿਆ ਕਿ ਜੇ ਉਹ ਆਪਣੀਆਂ ਅਕੋਰਡਿੰਗ ਟੂ देयर ਓਨ ਸਿਚੁਏਸ਼ਨਸ, ਜੇ ਉਹਨਾਂ ਲੱਗੇ ਕਿ ਸਾਡਾ ਮਾਹੌਲ ਇਦਾਂ ਦਾ ਹੈ ਸਾਡੇ ਪ੍ਰਾਂਤ ਦਾ, ਤੇ ਉਹ ਉਸ ਕਾਨੂੰਨ ਦੇ ਵਿੱਚ ਕੋਈ ਵੀ ਫੇਰੋ ਬਦਲ ਕਰ ਸਕਦੇ ਨੇ। ਹਾਂਜੀ, ਤੇ ਇਹ ਤਾਂ ਚਲੋ ਗੱਲ ਹੋ ਗਈ ਕਿ ਕੌਣ ਬਣਾਉਂਦਾ ਤੇ ਕੌਣ ਲਾਗੂ ਕਰਦਾ। ਹੁਣ ਗੁਲਾਟੀ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿ ਇਹ ਕਿਹੜੇ ਵਿਸ਼ੇ ਨੂੰ, ਕਿਹੜੇ ਐਸਪੈਕਟ ਨੂੰ ਟੱਚ ਕਰਦਾ? ਹਾਂਜੀ, ਹੁਣ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਵੇਜਿਸ ਨੂੰ ਲੈ ਕੇ, ਕਿਉਂਕਿ ਵੇਜਿਸ ਜਿਹੜੀਆਂ ਇੱਕ ਬੇਸਿਕ ਧਰੋਹਰ ਹੈ ਜੀ। ਹੁਣ ਦੂਸਰੀ ਇਹਦੇ ਵਿੱਚ ਜਿਹੜੀ ਚੀਜ਼ ਉਪਜ ਹੁੰਦੀ ਹੈ ਰਿਲੇਸ਼ਨਸ਼ਿਪ ਦੇ ਵਿੱਚ, ਉਹ ਹੈਗੀ ਤੁਹਾਡੀਆਂ ਵਰਕਿੰਗ ਕੰਡੀਸ਼ਨਸ, ਜਿਹਨੂੰ ਆਪਾਂ ਟਰਮਸ ਆਫ ਏਮਪਲੋਇਮੈਂਟ ਕਹਿ ਸਕਦੇ ਹਾਂ। ਜੀ ਜੀ। ਕਿ ਕਿਹੜੀ ਟਰਮਸ ਦੇ ਅੰਡਰ ਇੱਕ EMPLOYEE ਇੱਕ EMPLOYER ਦੇ ਕੋਲੋਂ ਸੇਵਾਵਾਂ ਦੇਗਾ, ਜੀ ਜੀ, ਤੇ ਕਿਹੜੀਆਂ ਸੇਵਾਵਾਂ ਦੇ ਵਿੱਚ EMPLOYER ਉਹਨੂੰ ਵੇਜਿਸ ਦੇਗਾ। ਅੱਛਾ ਜੀ। ਉਹ ਹੁਣ ਵਰਕਿੰਗ ਕੰਡੀਸ਼ਨਸ ਦੇ ਉੱਪਰ ਇੱਕ ਬੜੀ ਵੱਡੀ ਲੰਬੀ ਚੌੜੀ ਸਾਡੇ ਕੋਲ ਲੇਬਰ ਲਾਅ ਦੀ ਫੈਮਿਲੀ ਹੈ। ਜਿਸ ਤਰ੍ਹਾਂ ਮੈਂ ਮੋਟੇ ਤੌਰ ਤੇ ਤੁਹਾਡੇ ਨਾਲ ਗੱਲ ਕਰਾਂ, ਫੈਕਟਰੀਜ਼ ਐਕਟ 1948, ਜਾਂ ਤੁਸੀਂ ਕਹਿ ਲਓ ਕਿ ਉਹਦੇ ਵਾਸਤੇ ਤੁਹਾਡੇ ਕੋਲੋਂ ਵਰਕਿੰਗ ਕੰਡੀਸ਼ਨਸ ਦੇ ਉੱਪਰ ਕਾਨੂੰਨ ਹੈਗੇ ਨੇ, ਮਾਈਨਸ ਐਕਟ ਹੈਗਾ ਜੀ ਜੀ, ਜਾਂ ਪਲਾਂਟੇਸ਼ਨ ਲੇਬਰ ਐਕਟ ਹੈਗਾ, ਹੈ ਨਾ। ਇਸ ਤਰ੍ਹਾਂ ਦੀਆਂ ਕੁਝ ਇਦਾਂ ਦੀਆਂ ਵਰਕਿੰਗ ਕੰਡੀਸ਼ਨਸ ਦੇ ਉੱਪਰ ਵੀ ਲਾਅ ਸਾਡੇ ਬਣੇ ਹੋਏ ਨੇ। ਜਿਸ ਤਰ੍ਹਾਂ ਹੁਣ ਬਿਲਡਿੰਗ ਕੰਸਟਰਕਸ਼ਨ ਵੈਲਫੇਅਰ ਐਕਟ ਹੈਗਾ, ਇਹ ਵੀ ਵਰਕਿੰਗ ਕੰਡੀਸ਼ਨਸ ਦੇ ਉੱਪਰ ਇੱਕ ਐਕਟ ਹੈਗਾ, ਕਿਉਂਕਿ ਇਹ ਵਰਕਿੰਗ ਕੰਡੀਸ਼ਨਸ ਤੁਹਾਡੀਆਂ ਸੁਹਰਦੇ ਵਾਲੀਆਂ ਹੋਣੀਆਂ ਚਾਹੀਦੀਆਂ ਨੇ, ਸੇਫ ਹੋਣੀਆਂ ਚਾਹੀਦੀਆਂ ਨੇ, ਔਰ ਵਰਕ ਸਪੋਰਟ ਵਰਕਰ ਫਰੈਂਡਲੀ ਹੋਣੀ ਚਾਹੀਦੀਆਂ ਨੇ। ਹੁਣ ਜਿਵੇਂ ਫੈਕਟਰੀ ਕਾਨੂੰਨ ਹੈ, ਇਹਦੇ ਵਿੱਚ ਕਿਰਤੀ ਦੀ ਸਿਹਤ ਦੇ ਬਾਰੇ ਹੈਲਥ ਪ੍ਰੋਵੀਜ਼ਨਸ ਨੇ ਜੀ ਜੀ, ਕਿਰਤੀ ਦੀਆਂ ਕੰਮ ਕਰਨ ਦੇ ਉੱਪਰ, ਕਿਉਂਕਿ ਮੈਕਨਾਈਜ਼ ਕੰਮ ਨੇ, ਮਸ਼ੀਨਾਂ ਤੇਜ਼ ਕੰਮ ਕਰਦੀਆਂ ਨੇ, ਰਿਸਕੀ ਹੁੰਦਾ ਕੰਮ ਕਰਨਾ, ਉਹਨਾਂ ਦੇ ਉੱਪਰ ਵੀ ਇੱਕ ਸੇਫਟੀ ਮਈਅਰਸ ਵਾਸਤੇ ਵੀ ਕਾਨੂੰਨ ਬਣਿਆ ਹੋਇਆ, ਧਾਰਾਵਾਂ ਹੈਗੀਆਂ ਉਹਦੇ ਵਿੱਚ ਜੀ ਜੀ ਜੀ। ਇਸੇ ਤਰ੍ਹਾਂ ਕਿਰਤੀ ਦੇ ਵੈਲਫੇਅਰ ਵਾਸਤੇ ਵੀ ਇਹਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ, ਹੈ ਨਾ। ਇਸ ਤਰ੍ਹਾਂ ਕਿਰਤੀ ਦੇ ਕੰਮ ਕਰਨ ਦੇ ਘੰਟੇ ਕਿੰਨੇ ਹੋਣਗੇ, ਉਹ ਅਗਰ ਉਹ 6 ਦਿਨ ਲਗਾਤਾਰ ਕੰਮ ਕਰਦਾ ਹੈ ਤਾਂ ਉਹਨੂੰ ਕਿੰਨੀ ਦੇਰ ਦਾ ਇੱਕ ਛੁੱਟੀ ਮਿਲੇਗੀ, ਕਿੰਨੀਆਂ ਉਹਨੂੰ ਛੁੱਟੀਆਂ ਮਿਲ ਸਕਦੀਆਂ ਸਾਲ ਦੇ ਵਿੱਚ ਕੰਮ ਕਰਦੇ ਹੋਏ ਆ। ਇਦਾਂ ਦੇ ਵੀ ਫੈਕਟਰੀ ਐਕਟ ਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ, ਜਿਹਨੂੰ ਅਸੀਂ ਕੈਜੂਅਲ ਲੀਵਸ ਕਹਿੰਦੇ ਹਾਂ, ਜਾਂ ਇਹਨੂੰ ਅਰਨਡ ਲੀਵਸ ਕਹਿ ਲਓ, ਜਾਂ ਮੈਡੀਕਲ ਲੀਵ ਕਹਿ ਲਓ, ਹੈ ਨਾ। ਤੇ ਇਸ ਤਰ੍ਹਾਂ ਕਰਕੇ ਸਾਡੀਆਂ ਵਰਕਿੰਗ ਕੰਡੀਸ਼ਨਸ ਲਾਜ਼ ਨੇ, ਜਿਹੜੀਆਂ ਫੈਕਟਰੀ ਐਕਟ ਹੋ ਗਈਆਂ, ਜਿਹੜੇ ਤੁਹਾਨੂੰ ਗਿਣਾਏ ਨੇ ਹੁਣੇ ਕਾਨੂੰਨ ਜੀ। ਤੇ ਗੁਲਾਟੀ ਸਾਹਿਬ, ਤੁਸੀਂ ਗੱਲ ਕੀਤੀ ਸੇਫਟੀ ਪ੍ਰੋਵੀਜ਼ਨਸ ਦੀ, ਕਿ ਕੋਈ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਜਾਂ ਉਹਨਾਂ ਦੀ ਕੋਈ ਲੀਵ ਜਿਹੜੀ ਲੈਣੀ, ਛੁੱਟੀ ਲੈਣੀ ਹੈ, ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਕਾਫੀ ਸਾਰੀਆਂ ਪ੍ਰੋਵੀਜ਼ਨਸ ਹੈਗੀਆਂ ਨੇ। ਤੇ ਉਹ ਕਿਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਨੇ ਜੇ ਆਪਾਂ ਗੱਲ ਕਰੀਏ ਸੇਫਟੀ ਦੀ? ਹੁਣ ਸੇਫਟੀ ਉੱਪਰ ਤੁਸੀਂ ਗੱਲ ਕਰ ਲਓ, ਜਿਸ ਤਰ੍ਹਾਂ ਫੈਕਟਰੀ ਐਕਟ ਦੇ ਵਿੱਚ ਕੋਈ ਵੀ ਮਸ਼ੀਨਰੀ ਹੈ ਜੀ, ਉਹਦੇ 'ਚ ਜਿਸ ਤਰ੍ਹਾਂ ਲਿਖਿਆ ਗਿਆ ਕਿ ਵੂਮਨ ਔਰ ਚਾਈਲਡ ਜੀ ਜਾਂ ਯੰਗ ਪਰਸਨ ਉਹਦੇ 'ਚ ਨੇੜੇ ਕੰਮ ਨਹੀਂ ਕਰ ਸਕੇਗਾ। ਜਾਂ ਜਿਸ ਤਰ੍ਹਾਂ ਹੁਣ ਕੋਈ ਕੰਮ ਤੁਹਾਡਾ ਇਦਾਂ ਦਾ ਹੋ ਰਿਹਾ ਜਿਹੜਾ ਬੜਾ ਡੇਂਜਰਸ ਹੈ ਤੁਹਾਡੀ ਫਿਜ਼ੀਕਲ ਬੋਡੀ ਵਾਸਤੇ, ਤੇ ਤੁਸੀਂ ਜਦ ਤੱਕ ਉਹ ਕਹਿ ਲਓ ਕਿ ਉਹਦਾ ਪ੍ਰੋਟੈਕਸ਼ਨ ਗਾਰਡ ਨਹੀਂ ਪਾ ਕੇ ਕੰਮ ਕਰਦੇ, ਯੂ ਆਰ ਪ੍ਰੋਹਿਬਿਟਡ ਫਰੋਮ ਵਰਕਿੰਗ ਐਟ ਦੈਟ ਪਲੇਸ ਜੀ ਜੀ। ਮੈਨੇਜਮੈਂਟ ਉਹਦੇ ਵਾਸਤੇ ਉਹਨੂੰ ਕੰਪਲਾਈਸ ਕਰਨਾ ਲਾਜ਼ਮੀ ਹੈ। ਹੁਣ ਤੀਸਰਾ ਇੱਕ ਪੱਖ ਜਿਹੜਾ ਤੁਹਾਡਾ ਮੈਂ ਗੱਲ ਕਰ ਰਿਹਾ, ਇਹਦੇ ਵਿੱਚ ਜਦੋਂ ਵਰਕਿੰਗ ਕੰਡੀਸ਼ਨਸ ਤੋਂ ਬਾਅਦ ਇੱਕ ਹੋਰ ਲੇਬਰ ਲਾਅ ਫੈਮਿਲੀ ਹੈ। ਹੁਣ ਦੇਖੋ, ਇਹਨਾਂ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ, ਤਨਖਾਹਾਂ ਨੂੰ ਲੈ ਕੇ ਕੁਛ ਨਾ ਕੁਛ ਉਠਕ ਬੈਠਕ ਹੋਏਗੀ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਰਸੋਈ 'ਚ ਜਦੋਂ ਬਰਤਨ ਰੱਖੋ ਤੇ ਖੜਕਦੇ ਨੇ, ਤੇ ਉਹ ਕੋਈ ਨਾ ਕੋਈ ਡਿਫਰੈਂਸਿਸ ਆਫ ਓਪੀਨੀਅਨ ਹੋਏਗਾ। ਇਹਨਾਂ ਟਰਮਸ ਨੂੰ ਲੈ ਕੇ EMPLOYEES ਔਰ EMPLOYER ਦੇ ਵਿੱਚ ਕੋਈ ਨਾ ਕੋਈ ਲੈ ਕੇ, ਸੰਬੰਧਾਂ ਨੂੰ ਲੈ ਕੇ, ਟਰਮਸ ਨੂੰ ਲੈ ਕੇ, ਤਨਖਾਹਾਂ ਨੂੰ ਲੈ ਕੇ, ਮੁਆਵਜ਼ਿਆਂ ਨੂੰ ਲੈ ਕੇ, ਵਰਕਿੰਗ ਟਾਈਮ ਨੂੰ ਲੈ ਕੇ ਕੋਈ ਨਾ ਕੋਈ ਇਦਾਂ ਦੇ ਮਸਲਾ ਹੋਏਗਾ, ਕੋਈ ਝਗੜਾ ਹੋਏਗਾ ਜੀ ਜੀ। ਉਸ ਮਸਲਿਆਂ ਵਾਸਤੇ ਵੀ ਕਾਨੂੰਨ ਹੈ ਲੇਬਰ ਦੇ ਵਿੱਚ, ਲੇਬਰ ਲਾਅ ਦੇ ਵਿੱਚ ਜੀ ਜੀ। ਜਿਸ ਤਰ੍ਹਾਂ ਇੱਕ ਪ੍ਰੋਮੀਨੈਂਟਲੀ ਸਾਡੇ ਕੋਲ ਹੈਗਾ ਇੰਡਸਟਰੀਅਲ ਡਿਸਪਿਊਟ ਐਕਟ
ਜੀ, ਇਹ ਸਨ 1947 ਚ ਪਾਸ ਹੋਇਆ ਸੀ ਜੀ ਜੀ। ਉਹਦੇ ਲਗਭਗ ਦੌਰਾਨ ਇੱਕ ਐਕਟ ਪਾਸ ਹੋਇਆ ਸੀ ਜਿਹੜਾ ਸਟੈਂਡਿੰਗ ਆਰਡਰਸ ਐਕਟ ਹੈ। ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇੰਪਲਾਇਰ ਆਪਣੇ ਇੰਪਲਾਈਜ਼ ਵਾਸਤੇ ਕੁਝ ਇੱਕ 10-11 ਮਸਲੇ ਨੇ ਉਸ ਅਧਿਨਿਯਮ ਦੇ ਵਿੱਚ ਰੱਖੇ ਹੋਏ ਕਿ ਇਹਨਾਂ ਮਸਲਿਆਂ ਦੇ ਵਾਸਤੇ ਆਪਣੇ ਇੰਪਲਾਈਜ਼ ਦੇ ਬਾਰੇ ਸਾਰੀਆਂ ਕੰਡੀਸ਼ਨਾਂ ਉਹਨੂੰ ਬਣਵਾਏਗਾ ਤੇ ਉਹਨੂੰ ਅਥਾਰਟੀ ਕੋਲੋਂ ਸਰਟੀਫਾਈ ਕਰਵਾਏਗਾ। ਇਸੇ ਤਰ੍ਹਾਂ ਤੁਹਾਡੇ ਇੰਡਸਟਰੀਅਲ ਡਿਸਪਿਊਟ ਐਕਟ ਦੇ ਵਿੱਚ ਮਸ਼ੀਨਰੀ ਦਿੱਤੀ ਹੋਈ ਹੈ ਕਿ ਜਿਹੜੀ ਇੱਕ ਮਲਟੀ ਪ੍ਰੋਂਗਡ ਅਪਰੋਚ ਹੈ ਵੀ ਜਿਵੇਂ ਸਪੋਜ਼ ਕਰੋ ਤੁਸੀਂ ਇੱਕ ਇੰਡਸਟਰੀ ਹੋ ਹੈ ਨਾ, ਤੁਸੀਂ ਆਪਣੇ ਖੇਤਰ ਦੇ ਵਿੱਚ ਆਪਣੀ ਯੂਨਿਟ ਦੇ ਵਿੱਚ ਇੰਪਲਾਈਜ਼ ਔਰ ਇੰਪਲਾਇਰ ਦੀ ਇੱਕ ਵਰਕਸ ਕਮੇਟੀ ਬਣਾ ਸਕਦੇ ਹੋ ਜਿਹਦੇ ਨੁਮਾਇੰਦੇ ਹੋਣਗੇ। ਉਹਨਾਂ ਦਾ ਕੰਮ ਇਹ ਹੋਏਗਾ ਕਿ ਰੋਜ਼ਗਾਰ ਡੇ ਟੂ ਡੇ ਜਿਹੜੇ ਮਸਲੇ ਨੇ ਡਿਫਰੈਂਸਿਸ ਆਫ ਓਪੀਨੀਅਨ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਬਾਅਦ ਚ ਕਾਰਨ ਬਣਦੇ ਨੇ ਝਗੜਿਆਂ ਦੇ ਹੈ ਨਾ, ਤੁਸੀਂ ਉਹਨਾਂ ਨੂੰ ਮਸਲਿਆਂ ਨੂੰ ਹੱਲ ਕਰੋ। ਜਿਵੇਂ ਕਿਸੇ ਦਾ ਕੋਈ ਮਸਲਾ ਹੋ ਸਕਦਾ ਜੀ ਮੇਰੀ ਅੱਜ ਟੇਬਲ ਠੀਕ ਨਹੀਂ, ਕਿਸੇ ਦਾ ਮਸਲਾ ਹੋ ਸਕਦਾ ਜੀ ਮੇਰਾ ਵੈਂਟੀਲੇਸ਼ਨ ਪ੍ਰੋਪਰ ਨਹੀਂ, ਕਿਸੇ ਦਾ ਮਸਲਾ ਹੋ ਸਕਦਾ ਜੀ ਮੇਰੀ ਮਸ਼ੀਨਰੀ ਸਹੀ ਕੰਮ ਨਹੀਂ ਕਰ ਰਹੀ ਹੈ ਨਾ, ਇਦਾਂ ਦੇ ਮਸਲੇ ਆਉਂਦੇ ਰਹਿੰਦੇ ਨੇ ਵਰਕਪਲੇਸ। ਜੀ ਜੀ, ਛੋਟੇ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਮਸਲਾ ਕੋਈ ਵੀ ਜਿਹੜਾ ਅਪਰੋਚ ਰੱਖੀ ਹੋਈ ਹੈ। ਜੀ ਜੀ। ਇਸੇ ਤਰ੍ਹਾਂ ਅਗਰ ਤੁਹਾਡਾ ਵਰਕਸ ਕਮੇਟੀ ਤੋਂ ਇਲਾਵਾ ਇੱਕ ਦੂਜੀ ਅਪਰੋਚ ਹੈ ਉਸ ਐਕਟ ਦੇ ਵਿੱਚ, ਕਾਨੂੰਨ ਦੇ ਵਿੱਚ ਜਿਹੜਾ ਤੁਹਾਡਾ ਮੈਂ ਗੱਲ ਕਰ ਰਿਹਾ ਝਗੜਿਆਂ ਦਾ ਕਾਨੂੰਨ, ਜੀ ਜੀ, ਉਹਦੇ 'ਚ ਇੱਕ ਇਹ ਅਪਰੋਚ ਹੈ ਕਿ ਅਗਰ ਤੁਹਾਡੀ ਕੰਪਲੇਂਟ ਹੈ ਆਪਣੇ ਇੰਪਲਾਇਰ ਦੇ ਪ੍ਰਤੀ ਤੇ ਤੁਸੀਂ ਗਵਰਨਮੈਂਟ ਦੇ ਲੇਬਰ ਡਿਪਾਰਟਮੈਂਟ 'ਚ ਜਾ ਕੇ ਕੰਪਲੇਂਟ ਫਾਈਲ ਕਰ ਸਕਦੇ ਹੋ। ਜੀ ਜੀ। ਤੇ ਉਹਦੇ 'ਚ ਤੁਹਾਡਾ ਪ੍ਰੋਸੈਸ ਜਿਹੜਾ ਕੰਸੀਲੀਏਸ਼ਨ ਦਾ ਸ਼ੁਰੂ ਹੋ ਜਾਏਗਾ, ਮੈਡੀਏਸ਼ਨ ਦਾ। ਅਗਰ ਉੱਥੇ ਮਸਲਾ ਹੱਲ ਨਹੀਂ ਹੁੰਦਾ ਫਿਰ ਤੁਸੀਂ ਕੋਰਟਾਂ ਦੇ ਵਿੱਚ ਜਾ ਕੇ ਲੇਬਰ ਕੋਰਟਸ ਬਣੀਆਂ ਨੇ, ਇੰਡਸਟਰੀਅਲ ਟ੍ਰਿਬਿਊਨਲਸ ਬਣੇ ਨੇ, ਉਹਦੇ ਵਿੱਚ ਵੀ ਉਹ ਮਸਲਾ ਜਿਹੜਾ ਹੱਲ ਹੋ ਸਕਦਾ ਹੈ। ਚੌਥੀ ਅਪਰੋਚ ਵੀ ਹੈ, ਉਹ ਸਾਡੇ ਇੱਕ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਸਾਹਿਬ ਰਹੇ ਨੇ ਵੀ ਗਿਰੀ ਸਾਹਿਬ, ਜੀ ਜੀ, ਉਹਨਾਂ ਦੀ ਇੱਕ ਅਪਰੋਚ ਹੈ। ਉਹਨਾਂ ਨੇ ਕਿਹਾ ਸੀ ਵੀ ਝਗੜੇ ਜਿਹੜੇ ਨੇ ਤੁਸੀਂ ਵੋਲੰਟਰੀ ਆਰਬਿਟ੍ਰੇਸ਼ਨ ਦੇ ਥਰੂ ਹੱਲ ਕਰਵਾ ਸਕਦੇ ਹੋ। ਜਿਸ ਤਰ੍ਹਾਂ ਉਹ ਕਹਿੰਦੇ ਇੱਕ ਮੁਹਾਵਰਾ ਜਿਹਾ ਵੀ ਹੈਗਾ ਨਾ ਕਿ ਉਹ ਦੋ ਬੰਦਰੋਂ ਮੇਂ ਬਿੱਲੀ ਜਬ ਦੋ ਬਿੱਲੀਆਂ ਮੇਂ ਬੰਦਰ ਖਾ ਗਿਆ, ਤੇ ਉਹ ਕਹਿੰਦੇ ਸੀ ਕਾਹਨੂੰ ਤੁਸੀਂ ਦੂਜੇ ਤੀਜੇ ਬੰਦੇ ਨੂੰ ਪਾਣਾ, ਝਗੜਾ ਆਪਸ 'ਚ ਹੀ ਹੱਲ ਕਰ ਲਓ। ਉਹਨਾਂ ਇੱਕ ਵੋਲੰਟਰੀ ਆਰਬਿਟ੍ਰੇਸ਼ਨ ਦਾ ਵੀ ਸਾਨੂੰ ਇੱਕ ਮਤਲਬ ਬੈਠ ਕੇ ਆਪਣੇ ਉਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ, ਉਹ ਵੀ ਇਸ ਕਾਨੂੰਨ ਦੇ ਵਿੱਚ ਸਾਡਾ ਇਨਕਾਰਪੋਰੇਟ ਹੈ। ਜੀ ਜੀ। ਅੱਛਾ, ਹੁਣ ਇੱਕ ਤੀਸਰਾ ਕਾਨੂੰਨ ਹੈ ਇਸ ਝਗੜਿਆਂ ਦੇ ਵਾਸਤੇ ਜਿਹੜਾ ਇੱਕ ਬੜਾ ਨੋਟ ਕਰਨ ਵਾਲੀ ਗੱਲ ਹੈ, ਉਹ ਬਣਿਆ ਸੀ ਸਾਡਾ ਆਜ਼ਾਦੀ ਤੋਂ ਪਹਿਲੇ। ਜੋ ਤੁਹਾਨੂੰ ਦੱਸਿਆ ਨਾ ਮੈਂ ਟ੍ਰੇਡ ਯੂਨੀਅਨਸ ਐਕਟ ਬਣਿਆ ਸੀ 1926 ਦੇ ਵਿੱਚ, ਤੇ ਉਹ ਟ੍ਰੇਡ ਯੂਨੀਅਨ ਐਕਟ ਵੀ ਹੈਗਾ। ਉਹਦੇ ਵਿੱਚ ਤੁਹਾਨੂੰ ਇੱਕ ਆਪਣੀ ਵਰਕ ਪਲੇਸ ਦੇ ਉੱਪਰ ਇੱਕ ਆਪਣੀ ਜਥੇਬੰਦੀ ਬਣਾਉਣ ਦਾ ਪੂਰਾ ਹੱਕ ਮਿਲਦਾ ਹੈ। ਉਸ ਕਾਨੂੰਨ ਦਾ ਹੱਕ ਹੀ ਇਹੀ ਹੈ ਕਿ ਜਥੇਬੰਦੀ ਬਣੇਗੀ, ਰਜਿਸਟ੍ਰੇਸ਼ਨ ਹੋਏਗੀ, ਔਰ ਰਜਿਸਟ੍ਰੇਸ਼ਨ ਦੇ ਵਿੱਚ ਜਥੇਬੰਦੀ ਆਪਣੇ ਜਿਹੜੇ ਕਲੈਕਟਿਵ ਔਰ ਇੰਡੀਵਿਜੂਅਲ ਇੰਟਰਸਟ ਹੈ ਮੈਨੇਜਮੈਂਟ ਦੇ ਪ੍ਰਤੀ ਰੱਖੇਗੀ, ਹੈ ਨਾ। ਕਿਉਂਕਿ ਦੇਖੋ ਹੁਣ ਤੁਸੀਂ ਦੇਖੋ ਮੈਨੇਜਮੈਂਟ ਨੂੰ ਵੀ ਇੱਕ ਲੀਵਰੇਜ ਮਿਲ ਗਈ, ਇੱਕ ਪਲੇਟਫਾਰਮ ਮਿਲ ਗਿਆ। ਤੁਸੀਂ ਜੋ ਇਕੱਲੇ ਉੱਠ ਕੇ ਮੇਰੇ ਕੋਲ ਆਓ ਤੇ ਮੇਰੇ ਕੋਲ ਇੰਨਾ ਸਮਾਂ ਨਹੀਂ, ਕਿਉਂਕਿ ਮੈਂ ਆਪਣਾ ਬਾਕੀ ਧੰਦਾ ਕਿੱਦਾਂ ਚਲਾਉਣਾ ਫਿਰ, ਤੇ ਇੱਕ ਜਥੇਬੰਦੀ ਆ ਕੇ ਮੈਨੂੰ ਆਪਣੇ ਇਕੱਠੇ ਇੰਟਰਸਟ ਡਿਮਾਂਡਾਂ ਦੱਸ ਦੇਵੇ ਤੇ ਮੈਂ ਉਸ ਨੂੰ ਕਰ ਦੂੰਗਾ, ਹੈ ਨਾ ਜੀ। ਤੇ ਨਾਰਮਲੀ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਕੋਈ ਵੀ ਕਿਰਤੀ ਹੁੰਦਾ ਹੈ ਨਾ, ਉਹ ਜਦੋਂ ਕਿਸੇ ਕੋਲ ਕੰਮ ਲੈਣ ਜਾਂਦਾ ਹੈ ਤੇ ਜਿਹੜਾ ਉਹਨੂੰ ਕੰਮ ਦੇਣ ਵਾਲਾ, ਕਿਰਤ ਦੇਣ ਵਾਲਾ, ਇਹਨਾਂ ਦੋਨਾਂ ਧਿਰਾਂ ਵਿੱਚ ਇੱਕ ਐਗਰੀਮੈਂਟ ਹੁੰਦਾ ਹੈ ਨਾ, ਜਾਂ ਕੰਟਰੈਕਟ ਐਗਰੀਮੈਂਟ ਹੁੰਦਾ ਹੈ। ਉਹਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਕੀ ਹੁੰਦੀਆਂ, ਟਰਮਸ ਐਂਡ ਕੰਡੀਸ਼ਨਸ ਕੀ ਹੁੰਦੀਆਂ ਨੇ ਨਾਰਮਲੀ? ਹਾਂਜੀ, ਉਹਦੇ ਵਾਸਤੇ ਜਿਹੜਾ ਇਹ ਕਾਨੂੰਨ ਹੈ ਨਾ, ਉਹ ਇੰਡਸਟਰੀਅਲ ਰਿਲੇਸ਼ਨ ਫੈਮਿਲੀ ਦਾ ਕਾਨੂੰਨ ਹੈ, ਜਿਹਨੂੰ ਆਪਾਂ ਸਟੈਂਡਿੰਗ ਆਰਡਰਸ ਐਕਟ ਦੇ ਨਾਂ ਤੇ ਜਾਣਦੇ ਹਾਂ। ਉਹਦੇ ਵਿੱਚ ਜਿਹੜੀ ਸਰਟੀਫਿਕੇਸ਼ਨ ਹੈ, ਉਹਦੇ ਵਿੱਚ ਤੁਹਾਨੂੰ ਕਈ ਕੈਟੇਗਰੀਜ਼ ਆਫ ਇੰਪਲਾਇਮੈਂਟ ਦੇ, ਜਿਸ ਤਰ੍ਹਾਂ ਕਿਸੇ ਇੰਪਲਾਈ ਨਾਲ ਤੁਹਾਡੀ ਇੱਕ ਐਗਰੀਮੈਂਟ ਹੋਇਆ ਜਿਸ ਲਿਖਿਆ ਵੀ ਤੇਰੀ ਜਿਹੜੀ ਟਰਮ ਹੈ ਉਹ ਤੇਰੀ ਇੱਕ ਇੰਨੇ ਸਾਲਾਂ ਦੀ ਰਹੇਗੀ, ਜੀ ਜੀ, ਤੇ ਤੈਨੂੰ ਇੰਨੇ ਸਾਲਾਂ ਬਾਅਦ ਅਸੀਂ ਨੌਕਰੀ ਤੋਂ ਕੱਢ ਸਕਦੇ ਹਾਂ। ਅੱਛਾ ਜੀ। ਅਜਿਹੇ ਹੈਗੇ ਕੁਝ ਐਗਰੀਮੈਂਟਸ ਬਣੇ ਹੋਏ ਨੇ, ਉਹ ਇੰਡਸਟਰੀਅਲ ਇੰਪਲਾਇਮੈਂਟ ਸਟੈਂਡਿੰਗ ਆਰਡਰ ਐਕਟ ਦੇ ਵਿੱਚ ਡੀਲ ਕੀਤੇ ਜਾਂਦੇ। ਜਿਹੜਾ ਰੋਜ਼ਗਾਰ ਦੇਣ ਵਾਲਾ ਹੈ ਤੇ ਜਿਹੜਾ ਇੱਕ ਕਿਰਤੀ ਹੈ, ਇਹਨਾਂ ਦਾ ਆਪਸੀ ਜਿਹੜਾ ਰਿਸ਼ਤਾ ਉਹ ਕਿਸ ਤਰ੍ਹਾਂ ਦਾ ਰਿਸ਼ਤਾ ਹੈ? ਇਹ ਦੋ ਧਿਰਾਂ ਦਾ ਆਪਸੀ ਇੱਕ ਰਿਸ਼ਤਾ ਹੈ, ਇੰਪਲੋਇਰ ਦਾ ਤੇ ਇੰਪਲੋਈ ਦਾ, ਤੇ ਇਹਨਾਂ ਦੋਨਾਂ ਦਾ ਆਪਸੀ ਰਿਸ਼ਤਾ ਕਿਵੇਂ ਦਾ ਹੈ? ਦੇਖੋ, ਇਹ ਤੇ ਡਿਪੈਂਡ ਕਰੇਗਾ ਨਾ ਵੀ ਜੇ ਇੰਪਲਾਇਰ ਜਿਹੜਾ ਆਪਣੇ ਇੰਪਲਾਈਜ਼ ਦੀਆਂ ਸਾਰੀਆਂ ਟਰਮਸ ਨੂੰ ਆਨਰ ਕਰ ਰਿਹਾ ਹੈ, ਜੀ ਜੀ, ਤੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਜੀ ਜੀ। ਤੇ ਜੇ ਨਹੀਂ ਕਰ ਰਿਹਾ ਤਾਂ ਫਿਰ ਪ੍ਰੋਬਲਮ ਹੈ। ਜੀ ਜੀ ਜੀ। ਹਾਂਜੀ, ਇਸ 'ਚ ਮੈਂ ਇੱਕ ਚੌਥਾ ਐਸਪੈਕਟ ਤੁਹਾਡੇ ਨਾਲ ਥੋੜਾ ਜਿਹਾ ਐਡ ਕਰਾਉਣਾ ਚਾਹਾਂਗਾ ਆਪਣੇ ਦਰਸ਼ਕਾਂ ਦੀ ਨੌਲੇਜ ਵਾਸਤੇ। ਜੀ ਜੀ। ਕਿ ਇੱਕ ਕਿਰਤੀ ਦਾ ਇੱਕ ਕੰਮ ਕਰਨ ਦਾ ਇੱਕ ਲਾਈਫ ਸਪੈਨ ਹੁੰਦਾ ਹੈ ਨਾ। ਜੀ ਜੀ। ਕੋਈ ਸਮੇਂ ਆਉਂਦਾ ਹੈ ਕਿ ਜਦੋਂ ਕਿਰਤੀ ਨੂੰ ਆਪਣੀ ਨੌਕਰੀ ਤੋਂ ਰਿਟਾਇਰ ਹੋਣਾ ਹੁੰਦਾ ਹੈ, ਤਾਂ ਉਹਦੇ ਵਾਸਤੇ ਸੋਸ਼ਲ ਸਿਕਿਉਰਿਟੀ ਦੇ ਕਿਹੜੇ ਮੇਜਰਸ ਨੇ? ਉਹ ਸੋਸ਼ਲ ਸਿਕਿਉਰਿਟੀ ਦੇ ਮੇਜਰਸ ਵੀ ਲੇਬਰ ਲਾਜ਼ ਨੇ, ਜਿਸ ਤਰ੍ਹਾਂ ਇੰਪਲਾਈ ਸਟੇਟ ਇੰਸ਼ੋਰੈਂਸ ਐਕਟ ਹੈ, ਇੰਪਲਾਈ ਪ੍ਰੋਵੀਡੈਂਟ ਫੰਡ ਐਕਟ ਹੈ, ਪੇਮੈਂਟ ਆਫ ਗ੍ਰੈਚੁਇਟੀ ਐਕਟ ਹੈ ਨਾ ਜੀ। ਇਸ ਤਰ੍ਹਾਂ ਦੇ ਐਕਟ ਬਣੇ ਹੋਏ ਨੇ ਜਿਹੜੇ ਕਾਨੂੰਨ ਇਹਨਾਂ ਚੀਜ਼ਾਂ ਦੇ ਨਾਲ ਡੀਲ ਕਰਦੇ ਨੇ। ਹੁਣ ਸਪੋਜ਼ ਕਰੋ ਇੱਕ ਇੰਪਲਾਈ ਦਾ ਐਕਸੀਡੈਂਟ ਹੋ ਜਾਂਦਾ ਵਰਕ ਪਲੇਸ ਤੇ, ਇਹ ਕਾਨੂੰਨ ਸਾਡੇ ਕੋਲ ਆਜ਼ਾਦੀ ਤੋਂ ਪਹਿਲੇ 1923 ਦੇ ਐਕਟ ਵਿੱਚ ਆਇਆ ਸੀ, ਲੇਕਿਨ ਇਸ ਨੂੰ ਅਸੀਂ ਹੁਣ ਕਾਫੀ ਤੌਰ ਤੇ ਚੇਂਜ ਕੀਤਾ। ਇਸੇ ਤਰ੍ਹਾਂ ਜਿਹੜਾ ਇੰਸ਼ੋਰੈਂਸ ਐਕਟ ਹੈ, ਇੰਪਲਾਈ ਸਟੇਟ ਇੰਸ਼ੋਰੈਂਸ ਐਕਟ, ਉਹਦੇ 'ਚ ਕਿਰਤੀ ਨੂੰ ਕੋਈ ਬਿਮਾਰ ਹੋ ਜਾਏ, ਕੋਈ ਉਹਦੀ ਸੱਟ ਲੱਗ ਜਾਏ, ਤੇ ਉਹਨੂੰ ਇੰਪਲਾਈ ਸਟੇਟ ਇੰਸ਼ੋਰੈਂਸ ਐਕਟ ਦੇ ਵਿੱਚ ਜਿਹੜੀਆਂ ਹਸਪੀਟਲਸ ਔਰ ਡਿਸਪੈਂਸਰੀ ਦੇ ਵਿੱਚ ਉਹਨੂੰ ਟ੍ਰੀਟਮੈਂਟ ਮਿਲਦੀ ਹੈ। ਇਸੇ ਤਰ੍ਹਾਂ ਇੰਪਲਾਈ ਦਾ ਜਿਹੜਾ ਪ੍ਰੋਵੀਡੈਂਟ ਫੰਡ ਦਾ ਪੈਸਾ ਉਹਦੀ ਸਰਵਿਸ ਦੇ ਦੌਰਾਨ ਕੱਟਿਆ ਜਾਂਦਾ ਹੈ, ਉਹਨੂੰ ਰਿਟਾਇਰਮੈਂਟ ਦੇ ਉੱਪਰ ਉਹ ਸੋਸ਼ਲ ਸਿਕਿਉਰਿਟੀ ਦੇ ਤੌਰ ਦੇ ਉੱਪਰ ਫੰਡ ਮਿਲਦਾ ਇਕੱਠਾ, ਹੈ ਨਾ। ਇਸ ਤਰ੍ਹਾਂ ਨੂੰ ਪ੍ਰੋਵੀਜ਼ਨਸ ਵੀ ਅਵੇਲੇਬਲ ਨੇ। ਇਸੇ ਤਰ੍ਹਾਂ ਤੁਹਾਡਾ ਗ੍ਰੈਚੁਇਟੀ ਐਕਟ ਹੈ, ਜਿਸ ਤਰ੍ਹਾਂ ਗ੍ਰੈਚੁਇਟੀ ਹੈ, ਹੁਣ ਤੁਸੀਂ ਕਿਸੇ ਰੈਸਟੋਰੈਂਟ ਗਏ, ਖਾਣਾ ਖਾਧਾ,
ਖਾਣਾ ਖਾਣ ਤੋਂ ਬਾਅਦ ਤੁਸੀਂ ਕੀ ਕਰਦੇ ਹੋ, ਤੁਸੀਂ 2 5 10 20 50 ਰੁਪਏ 100 ਰੁਪਏ ਟਿਪ ਦੇ ਦਿੰਦੇ ਹੋ। ਜੀ ਜੀ ਬਿਲਕੁਲ। ਇਹ EMPLOYEE ਦੀ ਟਿਪ ਹੈ ਜੀ ਜੀ, ਜਿਹੜੀ ਗ੍ਰੈਚੁਇਟੀ ਐਕਟ 1972 ਦੇ ਵਿੱਚ ਆਈ ਹੈ ਨਾ, ਤੇ ਉਹਨੂੰ ਅਸੀਂ ਕਹਿੰਦੇ ਆ ਸੋਸ਼ਲ ਸਿਕਿਉਰਿਟੀ ਐਕਟ ਜੀ। ਇਹ ਸਾਰੀਆਂ ਡਿਸਬਰਸਮੈਂਟ ਉਹਨੂੰ ਆਪਣੀਆਂ ਰਿਟਾਇਰਮੈਂਟ ਜਾਂ ਰੈਜ਼ਿਗਨੇਸ਼ਨ ਤੋਂ ਬਾਅਦ ਮਿਲਣਗੀਆਂ। ਇਹ ਤਾਂ ਗੁਲਾਟੀ ਸਾਹਿਬ ਤੁਸੀਂ ਗੱਲ ਕੀਤੀ ਰਿਟਾਇਰਮੈਂਟ ਦੀ, ਤੇ ਕੋਈ ਮੁਆਵਜ਼ਾ ਜਿਹੜਾ ਕਿ ਹੈਗਾ, ਕੋਈ ਮੈਡੀਕਲ ਸੁਵਿਧਾ ਦੇਣੀ ਹੈ, ਉਹ ਉਹਨਾਂ ਬਾਰੇ ਆਪਾਂ ਗੱਲਬਾਤ ਕੀਤੀ ਹੈ। ਤੇ ਹੁਣ ਮੈਨੂੰ ਦੱਸੋ, ਕੋਈ ਜਿਹੜੀਆਂ ਲੇਡੀਜ਼ ਹੁੰਦੀਆਂ ਨੇ, EMPLOYEES ਹੁੰਦੀਆਂ ਨੇ ਨਾ, ਔਰਤਾਂ ਵਾਸਤੇ ਵੀ ਕੋਈ ਵਿਸ਼ੇਸ਼ ਪ੍ਰਾਵਧਾਨ ਹੈਗਾ? ਬਿਲਕੁਲ ਠੀਕ ਤੁਸੀਂ ਗੱਲ ਰੇਸ ਕੀਤੀ ਔਰ ਬੜੀ ਵਾਈਟਲ ਹੈ ਅੱਜ ਦੀ ਡੇਟ ਦੇ ਵਿੱਚ। ਜਿਸ ਤਰ੍ਹਾਂ ਅਸੀਂ ਇੱਕ ਵੂਮਨ ਦੀ ਜੈਂਡਰ ਇਕੁਐਲਿਟੀ ਦੀ ਗੱਲ ਕਰ ਰਹੇ ਹਾਂ, ਜੀ ਜੀ, ਇਸੇ ਤਰ੍ਹਾਂ ਸਾਡੇ ਕੋਲ ਸੋਸ਼ਲ ਸਿਕਿਉਰਿਟੀ ਪਰਿਵਾਰ ਦੇ ਵਿੱਚ ਮੈਟਰਨਿਟੀ ਬੈਨੀਫਿਟ ਐਕਟ ਹੈ ਜੀ ਬਿਲਕੁਲ, ਹੈ ਨਾ ਜੀ। ਤੇ ਉਹਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਹੀ ਹੁਣ ਸਰਕਾਰ ਨੇ ਉਹਦੀਆਂ ਕੁਝ ਕਿ ਜਿਸ ਤਰ੍ਹਾਂ, ਕਿਉਂਕਿ ਬੜੀ ਗੱਲ ਦਰੁਸਤ ਹੈ ਕਿ ਜਿਹੜਾ ਰੱਬੀ ਹੁਕਮ ਹੈ ਉਹ ਵੂਮਨ ਵਾਸਤੇ ਹੈ, ਮਤਲਬ ਕਿ ਫੈਮਿਲੀ ਨੂੰ ਕ੍ਰੀਏਟ ਕਰਨਾ, ਬਾਇਓਲੋਜੀਕਲ ਆਰਡਰ ਵੂਮਨ ਕੋਲ ਗਿਆ ਹੈ। ਇਹ ਜਿਹੜੀ ਮੈਂ ਕਹਾਂਗਾ ਕਿ ਇੱਕ ਬੜੀ ਪੋਜ਼ਿਟਿਵ ਚੀਜ਼ ਹੈ, ਬੜੀ ਸਟਰੈਂਥ ਵਾਲੀ ਚੀਜ਼ ਹੈ। ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਇਨਸਾਨ ਦਾ ਜਨਮ ਤੇ ਆਂਦਾ ਵੀ ਇੱਕ ਲੇਡੀ ਦੇ ਥਰੂ ਹੀ ਹੈ। ਤੇ ਲੇਡੀ ਜਦੋਂ ਇੱਕ ਵਰਕ ਪਲੇਸ ਤੇ ਹੈ ਤੇ ਨੈਚੁਰਲੀ ਜਦੋਂ ਇੱਕ ਫੈਮਿਲੀ ਕ੍ਰੀਏਟ ਕਰੇਗੀ ਤਾਂ ਉਹਨੂੰ ਕੋਈ ਅਜਿਹੀ ਸੁਰੱਖਿਆ ਚਾਹੀਦੀ ਹੈ। ਕੋਈ ਮੈਟਰਨਿਟੀ ਲੀਵ ਹੋ ਗਈ, ਉਹ ਮੈਟਰਨਿਟੀ ਲੀਵ ਦੇ ਫਾਰਮ 'ਚ ਹੈ ਜਿਹੜੀ ਉਹ ਵੂਮਨ EMPLOYEES ਨੂੰ ਮਿਲਦੀ ਹੈ, ਔਰ ਉਹਦੇ ਵਿੱਚ ਇੱਕ ਮੋਨਿਟਰੀ ਕੰਪਨਸੇਸ਼ਨ ਵੀ ਹੈ। ਔਰ ਉਸ ਕਾਨੂੰਨ ਦੇ ਵਿੱਚ ਲਿਖਿਆ ਗਿਆ ਹੈ ਕਿ 6 ਸਾਲ ਤੋਂ ਘੱਟ ਬੱਚੇ ਨੂੰ ਇੱਕ ਵੂਮਨ ਜਿਹੜੀ ਹੈ ਆਪਣੇ ਵਰਕ ਪਲੇਸ ਦੇ ਵਿੱਚ ਜਿਹੜੀ ਸੁਵਿਧਾ ਹੈ ਕ੍ਰੈਚ ਦੀ ਫਾਰਮ ਦੇ ਵਿੱਚ ਉਹ ਇੰਪਲਾਇਰ ਮੁਹੱਈਆ ਕਰੇਗਾ ਤੇ ਉਹ ਵੂਮਨ EMPLOYEE 2 ਜਾਂ 3 ਵਾਰੀ ਦਿਹਾੜੀ ਦੇ ਵਿੱਚ ਆਪਣੇ ਬੱਚੇ ਨੂੰ ਦੇਖਣ ਜਾ ਸਕਦੀ ਹੈ। ਜੀ ਜੀ, ਸੋ ਇਸ ਤਰ੍ਹਾਂ ਕਰਕੇ ਸਾਡੇ ਕੋਲ ਇਦਾਂ ਦੇ ਵੀ ਕਾਨੂੰਨ ਜਿਹੜੇ ਨੇ ਸੋਸ਼ਲ ਸਿਕਿਉਰਿਟੀ ਫੈਮਿਲੀ ਦੇ ਵਿੱਚ ਅਵੇਲੇਬਲ ਨੇ। ਜੀ ਜੀ, ਇਹ ਤਾਂ ਗੱਲ ਹੋ ਗਈ ਕਿ ਔਰਤਾਂ ਲਈ ਵੀ ਕੋਈ ਵਿਸ਼ੇਸ਼ ਇਹਦੇ ਵਿੱਚ ਕਾਨੂੰਨ ਬਣਾਏ ਗਏ ਨੇ ਜੀ, ਉਹਨਾਂ ਲਈ ਸੁਵਿਧਾ ਲਈ। ਤੇ ਹੁਣ ਆਪਾਂ ਗੱਲ ਕਰੀਏ ਕਿ ਰੀਸੈਂਟਲੀ ਕੋਈ ਹੁਣ ਕਹਿ ਲਈਏ ਇਹਦੇ ਵਿੱਚ ਕੋਈ ਡਿਵੈਲਪਮੈਂਟ ਹੋਈ ਹੈ ਇਹਨਾਂ ਕਾਨੂੰਨਾਂ ਵਿੱਚ, ਕਿਰਤ ਸੰਬੰਧੀ ਕਾਨੂੰਨ ਜਿਹੜੇ ਨੇ ਇਹਨਾਂ ਵਿੱਚ? ਹਾਂਜੀ, ਇਹ ਬਹੁਤ ਤੁਸੀਂ ਇੱਕ ਬਹੁਤ ਵਧੀਆ ਇੱਕ ਕੁਐਸਚਨ ਕੀਤਾ ਜੀ, ਕਿਉਂਕਿ ਮੈਂ ਜੇ ਤੁਹਾਨੂੰ ਥੋੜਾ ਜਿਹਾ ਨਾ ਸਨ 2000 ਵੱਲ ਲੈ ਜਾਵਾਂ, ਸਾਰੀ 1990 ਵੱਲ ਲੈ ਜਾਵਾਂ, ਜਦੋਂ ਦੇਸ਼ ਦੀ ਹਾਲਤ ਬੜੀ ਨਾਜ਼ੁਕ ਹੋ ਗਈ ਸੀ ਤੇ ਉਦੋਂ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਫਾਈਨਾਂਸ ਮਿਨਿਸਟਰ, ਤੇ ਉਦੋਂ ਇਹਨਾਂ ਨੇ ਇੱਕ ਇੰਟਰਨੈਸ਼ਨਲ ਲੈਵਲ ਤੇ ਉੱਪਰ ਜਦੋਂ ਲੋਨ ਰੇਸ ਕੀਤਾ ਤੇ ਉਹਨਾਂ ਨੇ ਕੰਡੀਸ਼ਨਾਂ ਲਗਾਈਆਂ ਕਿ ਤੁਸੀਂ ਆਪਣੀ ਇਕਨੋਮੀ ਨੂੰ ਓਪਨ ਅਪ ਕਰੋ। ਉਹਦੇ ਇਵਜ਼ ਦੇ ਵਿੱਚ ਅਸੀਂ ਕਾਨੂੰਨ ਜਿਹੜੇ ਨੇ ਉਹਨਾਂ ਨੇ ਇੱਕੋ ਹੀ ਆਬਜੈਕਸ਼ਨ ਕੀਤਾ ਕਿ ਤੁਹਾਡੇ ਜਿਹੜੇ ਕਾਨੂੰਨ ਨੇ ਉਹ ਬੜੇ ਸ਼ਾਰਟ ਸਾਈਟਡ ਨੇ, 올ਡ ਨੇ, ਪੁਰਾਣੇ ਨੇ, EMPLOYER ਦੀ ਫੇਵਰ 'ਚ ਨਹੀਂ ਹੈਗੇ। ਤੇ 2015 ਤੋਂ ਬਾਅਦ ਜਿਹੜੀ ਮੌਜੂਦਾ ਸਰਕਾਰ ਆਈ, ਇਹਨਾਂ ਨੇ ਫਿਰ ਇਸ ਲੇਬਰ ਲਾਅ ਨੂੰ ਰੈਸ਼ਨਲਾਈਜ਼ ਕੀਤਾ। ਅੱਛਾ ਜੀ, ਹਾਂਜੀ। ਹੁਣ ਸਾਡੇ ਜਿਹੜੇ ਜਿਹਨੇ ਮੈਂ ਕਾਨੂੰਨ ਗਣਾਏ ਨੇ, ਇਹਨਾਂ ਨੂੰ 4 ਕੋਡਸ ਦੇ ਵਿੱਚ ਫਾਰਮੇਸ਼ਨ ਦਿੱਤੀ ਹੈ। ਅੱਛਾ, ਤੇ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਨ 2019 ਦੇ ਵਿੱਚ ਇੱਕ ਬਣਿਆ ਵੇਜ ਕੋਡ। ਅੱਛਾ, ਵੇਜ ਕੋਡ। ਉਸ ਵੇਜ ਕੋਡ ਦੇ ਵਿੱਚ ਸਾਰੇ ਜਿਹੜੇ ਐਗਜ਼ਿਸਟਿੰਗ ਲਾਅ ਸੀ ਵੇਜਿਸ ਨਾਲ ਸੰਬੰਧਿਤ, ਲਾਈਕ ਮਿਨੀਮਮ ਵੇਜਿਸ, ਪੇਮੈਂਟ ਆਫ ਵੇਜਿਸ, ਬੋਨਸ ਐਕਟ, ਉਹ ਇਹਨਾਂ ਨੇ ਇਕੱਠੇ ਕਰਕੇ ਉਹਦੇ 'ਚ ਪਾਤੇ। ਅੱਛਾ, ਇਸੇ ਤਰ੍ਹਾਂ ਹੁਣ ਸਨ 2020 ਦੇ ਵਿੱਚ 3 ਕਾਨੂੰਨ ਜਿਹੜੇ ਨੇ, 3 ਕੋਡ ਬਣੇ ਨੇ ਲੇਬਰ ਦੇ ਉੱਪਰ। ਇੱਕ ਕੋਡ ਹੈਗਾ ਇੰਡਸਟਰੀਅਲ ਰਿਲੇਸ਼ਨਸ ਕੋਡ, ਉਹਦੇ ਵਿੱਚ ਇੰਡਸਟਰੀਅਲ ਡਿਸਪਿਊਟ ਐਕਟ 1947, ਇੰਡਸਟਰੀਅਲ ਸਟੈਂਡਿੰਗ ਆਰਡਰ ਐਕਟ 1946, ਟ੍ਰੇਡ ਯੂਨੀਅਨ ਐਕਟ 1926, ਉਹ ਪਾਤਾ 2020 ਇੰਡਸਟਰੀਅਲ ਰਿਲੇਸ਼ਨ ਕੋਡ ਦੇ ਵਿੱਚ। ਜੀ ਜੀ, ਤੀਜਾ ਕੋਡ ਬਣਿਆ ਆਕੂਪੇਸ਼ਨਲ ਸੇਫਟੀ ਐਂਡ ਹੈਲਥ, ਉਹਦੇ 'ਚ ਪਾਤਾ ਫੈਕਟਰੀ ਐਕਟ, ਕੰਟਰੈਕਟ ਲੇਬਰ ਐਕਟ, ਇਦਾਂ ਦੇ ਅਜਿਹੇ ਐਕਟ ਨੇ ਉਹ ਪਾ ਛੱਡੇ। ਔਰ ਇਸੇ ਤਰ੍ਹਾਂ ਚੌਥਾ ਕੋਡ ਬਣਿਆ ਸੋਸ਼ਲ ਸਿਕਿਉਰਿਟੀ ਕੋਡ, ਉਹਦੇ 'ਚ ESI, ਇੰਪਲਾਈ ਸਟੇਟ ਇੰਸ਼ੋਰੈਂਸ, ਇੰਪਲਾਈ ਪ੍ਰੋਵੀਡੈਂਟ ਫੰਡ, ਜਾਂ ਤੁਹਾਡਾ ਵਰਕਮੈਨ ਕੰਪਨਸੇਸ਼ਨ ਐਕਟ, ਜਾਂ ਪੇਮੈਂਟ ਆਫ ਗ੍ਰੈਚੁਇਟੀ ਐਕਟ, ਜਾਂ ਮੈਟਰਨਿਟੀ ਬੈਨੀਫਿਟ ਐਕਟ, ਉਹ ਇਹਨਾਂ ਨੇ ਸੋਸ਼ਲ ਸਿਕਿਉਰਿਟੀ ਕੋਡ ਦੇ ਵਿੱਚ ਪਾਤਾ। ਜੀ ਗੁਲਾਟੀ ਸਾਹਿਬ, ਉਹਦਾ ਮੰਤਵ ਜਿਹੜਾ ਕਿਰਤ ਕਾਨੂੰਨ ਹੈ ਇਹਦੇ ਸੰਬੰਧੀ ਸਾਨੂੰ ਬਹੁਤ ਹੀ ਜ਼ਿਆਦਾ ਵਡਮੁੱਲੀ ਜਾਣਕਾਰੀ ਦਿੱਤੀ ਹੈ, ਆਪਣਾ ਸਮੇਂ ਜਿਹੜਾ ਸਾਡੇ ਲਈ ਕੱਢਿਆ ਹੈਗਾ, ਆਪਣਾ ਵਕਤ ਸਾਨੂੰ ਦਿੱਤਾ ਹੈਗਾ। ਤੁਹਾਡੀ ਇਸ ਵਡਮੁੱਲੀ ਜਾਣਕਾਰੀ ਲਈ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ ਜੀ।